देश दुनिया च वसदे पंजाबियों को जी आया। मैं हरजिंदर सिंह रंधावा, तुम देख रहे हो पंजाब टैलीविजन और मेरे नाल ने सरदार GS पंधेर NSG नैशनल सिक्योरिटी गार्ड के साबका DG डायरैक्टर जनरल पंधेर साहब ने अपनी सारी जिंदगी बड़े उच्चे अहुद्यां ते काम किया है। ਜਦੋਂ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਜੂਨ 84 ਦੇ ਵਿੱਚ, ਉਦੋਂ ਇਹ DIG ਸੀਗੇ BSF ਦੇ, ਬਾਰਡਰ ਸਿਕਿਉਰਿਟੀ ਫੋਰਸ ਦੇ। ਔਰ ਦਰਬਾਰ ਸਾਹਿਬ ਦੇ ਹਮਲੇ ਤੋਂ ਪਹਿਲਾਂ ਜਿਹੜੀ ਆਖਰੀ ਮੀਟਿੰਗ ਹੁੰਦੀ ਆ ਉਹਦੇ ਵਿੱਚ ਪੰਧੇਰ ਸਾਹਿਬ ਉੱਠ ਕੇ ਕਹਿੰਦੇ ਨੇ ਫੌਜ ਵੱਲੋਂ, ਫੌਜ ਦੇ ਜਰਨੈਲ ਵੱਲੋਂ ਸੱਦੀ ਮੀਟਿੰਗ ਨੂੰ ਕਿ ਇਹ ਜੋ ਤੁਸੀਂ ਕਰ ਰਹੇ ਹੋ ਇਹ ਦਰੁਸਤ ਨਹੀਂ ਔਰ ਇਵੇਂ ਸੰਭਵ ਨਹੀਂ ਹੋਣਾ, ਇਹਦੇ ਹੋਰ ਤਰੀਕੇ ਵੀ ਹੋ ਸਕਦੇ ਆ। ਉਸ ਤੋਂ ਬਾਅਦ ਬੇਹੱਦ ਖੱਜਲ ਖੁਆਰੀਆਂ ਦਾ ਸਾਹਮਣਾ ਇਹਨਾਂ ਨੂੰ ਕਰਨਾ ਪੈਂਦਾ। ਲੇਕਿਨ ਇਹਨਾਂ ਦਾ ਪ੍ਰਸ਼ਾਸਨਿਕ ਤਜਰਬਾ ਬੜਾ ਅਹਿਮ ਆ। ਇਹਨਾਂ ਨਾਲ ਗੱਲਬਾਤ ਲਈ ਸਾਡਾ ਅੱਜ ਦਾ ਵਿਸ਼ਾ ਇਹ ਹੈ ਕਿ ਜਿਹੜੇ ਨੀਤੀ ਘਾੜੇ ਸਾਡੇ ਵਿਧਾਨਕਾਰ ਨੇ, ਸਾਡੇ ਮੈਂਬਰ ਪਾਰਲੀਮੈਂਟ ਨੇ, ਉਹ ਨੀਅਤ ਖੋਟ ਰੱਖਦੇ ਆ। ਨੀਤੀ ਘੜਨੀ ਜਿੰਨਾ ਉਹਨਾਂ ਦੀ ਨੀਅਤ 'ਚ ਖੋਟ ਹੈ, ਲੇਕਿਨ ਜਿੰਨਾ ਐਗਜ਼ੀਕਿਊਟ ਕਰਨੀ ਆ ਬਿਊਰੋਕ੍ਰੇਸੀ, ਅਫਸਰਸ਼ਾਹੀ, ਉਹ ਲਥਾਰਜਿਕ ਹੋ ਜਾਂਦੀ ਆ ਜਾਂ ਉਹ ਪਿੱਠ ਕਰ ਲੈਂਦੀ ਆ ਕਿਸੇ ਵੀ ਸਟੇਟ ਵੱਲੋਂ। ਪੰਜਾਬ ਵਰਗਾ ਸੂਬਾ ਖੁਸ਼ਹਾਲ ਸੂਬਾ ਮਰ ਜਾਂਦਾ ਹੈ। ਕਾਰਨ ਲੱਭਣ ਦੀ ਕੋਸ਼ਿਸ਼ ਕਰਾਂਗੇ ਕਿੱਥੇ ਕਿੱਥੇ ਖਾਮੀਆਂ ਤੇ ਕਿਵੇਂ ਦਰੁਸਤ ਕੀਤਾ ਜਾ ਸਕਦਾ। ਪੰਧੇਰ ਸਾਹਿਬ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਪੰਧੇਰ ਸਾਹਿਬ ਪਹਿਲਾਂ ਤਾਂ ਮੈਨੂੰ ਇਹ ਦੱਸ ਦਿਓ, ਜਿਵੇਂ ਮੈਂ ਸ਼ੁਰੂਆਤ 'ਚ ਗੱਲ ਕੀਤੀ ਹੈ, ਇੱਕ ਤਾਂ ਮੈਨੂੰ ਉਹ ਛੋਟਾ ਜਿਹਾ ਸਟਾਂਸ ਜਿਹੜਾ ਹੋਇਆ ਤੁਹਾਡੇ ਨਾਲ 84 ਦੇ ਬਲੂ ਸਟਾਰ ਤੋਂ ਪਹਿਲਾਂ, ਤੇ ਦੂਜੀ ਗੱਲ ਆਪਣੇ ਬਾਰੇ ਵੀ ਥੋੜਾ ਜਿਹਾ ਦੱਸ ਦਿਓ ਵੀ ਤੁਸੀਂ ਜਿਹੜੀ ਜੌਬ ਕੀਤੀ ਆ ਤੁਸੀਂ ਕਿਸ ਕਿਸ ਤਰੀਕੇ ਦੀ ਹੈ ਔਰ ਉਹ ਕਿੰਨਾ ਕਿੰਨਾ ਅਹੁਦਿਆਂ ਤੇ ਰਹੇ ਹੋ। ਮੈਨੂੰ ਜੀ ਤਿੰਨ ਚੀਜ਼ਾਂ ਬੜੀ ਤਸੱਲੀ ਹੈ ਜ਼ਿੰਦਗੀ ਦੀ। ਇੱਕ ਤਾਂ ਇਹ ਹੈ ਕਿ ਮੈਂ ਫੜ ਕੇ ਕੋਈ ਵੀ ਬੰਦਾ ਫੇਕ ਐਨਕਾਊਂਟਰ 'ਚ ਨਹੀਂ ਮਾਰਿਆ। ਅੱਛਾ। ਤੇ ਜਨਰਲ ਐਨਕਾਊਂਟਰ 'ਚ ਹੋਏ ਨੇ, ਜਦੋਂ ਉਹਦੇ ਗੋਲੀ ਲੱਗੀ ਆ ਉਹਨੂੰ ਚੱਕ ਕੇ ਹਸਪਤਾਲ ਲੈ ਗਏ, ਦਵਾਈ ਦਿੱਤੀ, ਮੈਡੀਸਿਨ ਕੀਤੀ, ਕਾਗਜ਼ ਭਰ ਕੇ ਪੁਲਿਸ ਨੂੰ ਹੈਂਡਓਵਰ ਕਰਤਾ। ਫੇਕ ਐਨਕਾਊਂਟਰ 'ਚ ਹੀ ਮਾਰਿਆ। ਦੂਸਰਾ, ਮੈਂ ਆਪਣੀ ਜ਼ਿੰਦਗੀ 'ਚ ਕਿਸੇ ਇਨੋਸੈਂਟ ਆਦਮੀ ਨਾਲ ਜ਼ਿਆਦਤੀ ਨਹੀਂ ਹੋਣ ਦਿੱਤੀ। ਮੈਨੂੰ ਸ਼ੱਕ ਤਕਲੀਫ ਆਈ ਹੈ, ਕਈ ਵਾਰੀ ਬਦਲ ਦਿੰਦੇ ਆ, ਹੋਰ ਕਰਦੇ ਆ, ਉਹ ਕਰਦੇ ਆ, ਪਰ ਮੈਂ ਗਰੀਬ ਆਦਮੀ ਨਾਲ ਜ਼ਿਆਦਤੀ, ਮਤਲਬ ਇਨੋਸੈਂਟ ਆਦਮੀ ਨਾਲ ਜ਼ਿਆਦਤੀ ਨਹੀਂ ਹੋਣ ਦਿੱਤੀ। ਤੀਜੀ ਚੀਜ਼ ਮੈਂ, ਤੁਸੀਂ ਹੈਰਾਨ ਹੋਵੋਗੇ ਸੁਣ ਕੇ, ਮੈਂ ਓਪਨਲੀ ਕਹਿਣਾ ਪੋਲੀਟੀਸ਼ੀਅਨ ਮਾੜੇ ਆ। ਮੈਂ ਇਹ ਨਹੀਂ ਕਹਿੰਦਾ ਮਾੜੇ ਨਹੀਂ, ਪਰ ਪੋਲੀਟੀਸ਼ੀਅਨ ਘੱਟ ਮਾੜੇ ਆ, ਸੀਨੀਅਰ ਬਿਊਰੋਕਰੇਟਸ ਜ਼ਿਆਦਾ ਮਾੜੇ ਆ। ਮੈਨੂੰ ਪ੍ਰੋਬਲਮ ਕਿਸੇ ਪੋਲੀਟੀਸ਼ੀਅਨ ਤੋਂ ਨਹੀਂ ਹੋਈ, ਸੀਨੀਅਰ ਬਿਊਰੋਕਰੇਟਾਂ ਨਾਲ ਹੋਈ ਆ, ਕਿਉਂਕਿ ਕੋਈ ਪੋਲੀਟੀਸ਼ੀਅਨ ਮੇਰੇ ਕੰਮ 'ਚ ਇੰਟਰਫੇਅਰ ਨਹੀਂ ਕਰਦਾ। ਮੇਰਾ ਇੱਕ ਗੁਰੂ ਸੀ, ਮੈਂ ASP ਜੁਆਇਨ ਕੀਤਾ ਸੀ ਪਹਾੜਗੰਜ ਦੇ ਵਿੱਚ, ਦਿੱਲੀ ਪੁਲਿਸ 'ਚੋਂ। ਪਹਾੜਗੰਜ, ਕੋਲਬਾਗ, ਮੇਰੇ ਕੋਲ 2 ਥਾਣੇ ਸੀ ਵੱਡੇ ਵੱਡੇ। ਤੇ ਉਹ ਇੱਕ ਪੋਲੀਟੀਸ਼ੀਅਨ ਸੀ ਮਾਸਟਰ ਪ੍ਰਿਥਵੀਨਾਥ। ਉਹ ਸਵੇਰੇ ਇੱਕ ਪਾਰਟੀ ਨਾਲ ਆਇਆ, ਸ਼ਾਮ ਨੂੰ ਦੂਜੀ। ਕੋਈ ਨਹੀਂ, ਬੋਲਦੇ ਜਾਓ, ਨਾਲ ਨਾਲ ਬੋਲਦੇ ਜਾਓ। ਸ਼ਾਮ ਨੂੰ ਦੂਜੀ ਪਾਰਟੀ ਨਾਲ ਆ ਗਿਆ। ਤੇ ਉਹ ਥਾਣੇ 'ਚ ਉਸ ਜ਼ਮਾਨੇ 'ਚ ਹਰੇਕ ਦਾ ਰਿਕਾਰਡ ਹੁੰਦਾ, ਚੰਗੇ ਦਾ ਵੀ, ਬੰਦੇ ਦਾ ਵੀ, ਮੰਦੇ ਦਾ ਵੀ। ਤੇ ਉਹ ਮੈਂ ਉਹਦੀ ਗੱਲ ਸੁਣ ਲਈ, ਭੇਜ ਤੇ ਉਹਦੇ ਬੰਦੇ। ਉਹ ਫਿਰ ਹੌਲੀ ਭੇਜ ਕੇ ਬੁਲਾਇਆ ਵੀ ਮਾਸਟਰ ਜੀ ਨੂੰ ਬੁਲਾਓ। ਮਾਸਟਰ ਜੀ ਨੂੰ ਬੁਲਾਇਆ, ਦਰਵਾਜ਼ਾ ਬੰਦ ਕਰ ਲਿਆ। ਮੈਂ ਕਿਹਾ ਮਾਸਟਰ ਜੀ ਇਹ ਕੀ ਗੱਲ ਹੈ, ਤੁਸੀਂ ਸਵੇਰੇ ਕੁਛ ਹੋਰ ਕਹਿੰਦੇ ਸੀ, ਹੁਣ ਕੁਛ ਹੋਰ ਕਹਿੰਦੇ ਹੋ, ਅਸਲੀਅਤ ਕੀ ਆ? ਕਹਿੰਦਾ ਦੇਖ ਯੰਗ ਮੈਨ, ਮੈਂ ਕੋਈ IAS IPS ਨਹੀਂ ਕਿ 1 ਸਾਲ ਇੱਕ ਟੈਸਟ ਪਾਸ ਕੀਤਾ, 36 ਸਾਲ ਖਾਈ ਗਿਆ। ਮੈਂ ਤਾਂ ਹਰ 5 ਸਾਲਾਂ ਬਾਅਦ ਟੈਸਟ ਪਾਸ ਕਰਦਾ। ਜੇ ਮੈਂ ਰੋਜ਼ ਵੀ ਇੱਕ ਬੰਦੇ ਨੂੰ ਕਹਾਂ ਕਿ ਤੂੰ ਗਲਤ ਆ, ਕਹਿੰਦਾ ਮੇਰੀ ਅਗਲੀ ਇਲੈਕਸ਼ਨ 'ਚ ਜ਼ਮਾਨਤ ਜ਼ਬਤ ਹੋ ਜੂ। ਮੈਂ ਤਾਂ ਹਰੇਕ ਰਾਹ ਆਊਂਗਾ। ਮੇਰੀ ਤੁਸੀਂ ਗੱਲ ਸੁਣ ਲਓ, ਜਿਹੜੀ ਠੀਕ ਆ ਫਟਾਫਟ ਕਰ ਦਿਓ, ਜਿਹੜੀ ਗਲਤ ਆ ਉਹ ਮੈਨੂੰ ਇਕੱਲੇ ਨੂੰ ਕਹਿ ਦਿਓ। ਹੁਣ ਤੁਸੀਂ ਮੈਨੂੰ ਹੁਣ ਕਹੀ ਜਾਂਦੇ ਹੋ ਮੈਂ ਗਧਾ, ਮੈਨੂੰ ਕੋਈ ਇਤਰਾਜ਼ ਨਹੀਂ। ਤੇ ਮੈਨੂੰ ਜੀ ਦੂਜਾ ਬਾਹਰ ਨਾ ਬਿਠਾਇਓ। ਜਦੋਂ ਵੀ ਆਵਾਂ ਮੇਰੀ ਉੱਠ ਕੇ ਕਹਿ ਦਿਓ ਵੀ ਮਾਸਟਰ ਜੀ ਮੈਨੂੰ ਘੰਟਾ ਲੱਗੂ ਮੀਟਿੰਗ ਨੂੰ, ਘੰਟੇ ਬਾਅਦ ਆ ਜੂ, ਜਾਂ ਮੇਰੇ ਡਰਾਇੰਗ ਰੂਮ ਇਹ ਮੀਟਿੰਗ ਰੂਮ 'ਚ ਬਹਿ ਜਾਓ। ਪਰ ਮੇਰੀ ਪਬਲਿਕ ਦੇ ਸਾਹਮਣੇ ਬੇਇੱਜ਼ਤੀ ਹੈਗਾ ਤੁਸੀਂ ਕਿ ਉਹਦੀ ਗੱਲ ਲੜ ਬੰਨ ਲਈ। ਇਸੇ ਤਰ੍ਹਾਂ ਹਮੇਸ਼ਾ ਪੋਲੀਟੀਸ਼ੀਅਨ ਨਾ ਉਹਦੇ ਮੂੰਹ ਤੇ ਨਹੀਂ ਕਿਹਾ, ਉਹਦੇ ਸਪੋਰਟਰ ਦੇ ਸਾਹਮਣੇ ਵੀ ਤੂੰ ਗਲਤ ਹੈ, ਇਕੱਲੇ ਨੂੰ ਉਹਨੂੰ ਦੱਸ ਦਿਓ, ਕਹਿੰਦਾ ਛੱਡ ਯਾਰ ਮੇਰੇ ਨੂੰ ਤਾਂ ਧੱਕੇ ਧਕਾਇਆ ਆ ਗਿਆ, ਜੋ ਕੰਮ ਠੀਕ ਆ ਉਹੀ। ਉਹਦੇ ਇੱਕ ਸ਼ਰਤ ਹੈ ਕਿ ਪੋਲੀਟੀਸ਼ੀਅਨ ਕੋਲ ਜਾ ਕੇ ਤੁਸੀਂ ਇਹ ਨਾ ਮੰਗੋ ਕਿ ਜੀ ਮੈਨੂੰ ਇੱਥੇ ਲਾ ਦਿਓ, ਇੱਥੇ ਲਾ ਦਿਓ। ਮੈਂ ਹਮੇਸ਼ਾ ਪੋਲੀਟੀਸ਼ੀਅਨ ਕਹਿਣਾ ਕਿ ਜੀ ਨਾ ਚੋਰ ਹੈ ਨਾ ਕੰਮ ਚੋਰ ਹੈ, ਕੰਮ ਕਰਨਾ, ਤਨਖਾਹ ਲੈਣੀ, ਜਿੱਥੇ ਮਰਜ਼ੀ ਲਾ ਦਿਓ, ਅਸੀਂ ਉੱਥੇ ਚਲੇ ਜਾਵਾਂਗੇ, ਤੁਹਾਡੀ ਮਰਜ਼ੀ ਆ। ਤਾਂ ਪੋਲੀਟੀਸ਼ੀਅਨ ਤੁਹਾਨੂੰ ਕੁਛ ਨਹੀਂ ਕਹਿੰਦਾ। ਦੇਖੋ ਪੋਲੀਟੀਕਲ ਇਨਪੁਟ ਦੇ ਨਾਲ ਚੰਡੀਗੜ੍ਹ 'ਚ ਗਾਂਧੀ ਰਾਜੀਵ ਗਾਂਧੀ ਆਪਣਾ ਟੈਕਨੋਲੋਜੀ ਪਾਰਕ ਨੂੰ ਜ਼ਮੀਨ ਅਲਾਟ ਕਰ ਰਹੇ ਸੀ। ਇੱਥੇ ਉਹ ਗਵਰਨਰ, ਬਿਊਰੋਕਰੈਟ ਵੀ, ਮਿਲਟਰੀ ਬਿਊਰੋਕਰੈਟ ਹੋਰ, ਉਹ ਦੇ ਰਹੇ ਸੀ 40 ਲੱਖ ਰੁਪਇਆ 1 ਏਕੜ ਦਾ। ਵੇਅਰ ਬੰਜਰ ਜ਼ਮੀਨ ਨੂੰ ਏਅਰਪੋਰਟ ਦੇ ਉੱਤੇ ਜਿੱਥੇ ਪੋਲੀਟੀਕਲ ਇਨਪੁਟ ਆ, ਉਹਨਾਂ ਨੇ 1 ਕਰੋੜ ਰੁਪਇਆ ਇਵਜ਼ਾਨਾ ਦਿੱਤਾ।
ਤੋ ਇਸ ਕਰਕੇ ਮੇਰਾ ਕਹਿਣ ਉਹ ਲੋਕਾਂ ਨੂੰ ਹਾਈ ਕੋਰਟ ਸੁਪਰੀਮ ਕੋਰਟ ਜਾਣਾ ਪਿਆ। ਜੇ ਉਹ ਸ਼ੁਰੂ ਤੋਂ ਹੀ ਰੋਜ਼ਾਨਾ ਠੀਕ ਮੁਕਰਰ ਕਰ ਦਿੰਦੇ ਤਾਂ ਲੋਕਾਂ ਨੂੰ ਕਿਉਂ ਜਾਣ ਦੀ ਲੋੜ ਪਵੇ। ਤੋ ਮੈਂ ਇਹ ਕਹਿਣਾ ਵੀ ਜਿੰਨੇ ਬਹੁਤੀਆਂ ਪ੍ਰੋਬਲਮ ਨੇ 50% ਤਾਂ ਹੈਗੀਆਂ ਅਵੇਅਰਨੈਸ ਕਰਕੇ, 50% ਜਿਹੜੇ IAS IPS ਨੇ ਇਹ ਡਿਸੀਜਨ ਠੀਕ ਨਹੀਂ ਲੈਂਦੇ। ਇਹ ਪੋਲੀਟੀਕਲ ਇੰਟਰਸਟ ਦੇਖ ਕੇ ਜੀ ਉਹਨੂੰ ਕਿੱਥੇ ਮਿਲੂਗਾ ਕਿੱਥੇ ਮਿਲੂ ਉਹਦੇ ਨਾਲ ਕਰਦੇ ਆ ਤਾਂ ਲੋਕ ਕੋਰਟ, ਅਦਰਵਾਈਜ਼ ਕੋਈ ਬੰਦਾ ਕੋਰਟ ਜਾ ਕੇ ਰਾਜੀ ਨਹੀਂ ਹੈਗਾ। ਮੈਨੂੰ ਜ਼ਿੰਦਗੀ ਦਾ ਤਸੱਲੀ ਹੈ ਕਿ ਮੇਰੇ ਖਿਲਾਫ ਕੋਈ ਵੀ ਕਦੇ ਕੋਰਟ 'ਚ ਨਹੀਂ ਗਿਆ। ਤੋ ਸਾਰਿਆਂ ਨੂੰ ਪਤਾ ਸੀ। ਪਹਿਲੀ ਗੱਲ ਤਾਂ ਕੋਈ ਪੋਲੀਟੀਸ਼ੀਅਨ ਕੋਲ ਜ਼ਿਆਦਾ ਨਹੀਂ ਸੀ। ਜੇ ਚਲਿਆ ਵੀ ਗਿਆ ਤਾਂ ਉਹ ਪਾਰਟੀ ਦੇ ਕਹਿੰਦਾ ਉਹ ਸਵੇਰੇ 9 ਵਜੇ ਆ ਜਾਂਦਾ, ਉਸ ਵੇਲੇ ਤੈਨੂੰ ਟੋਕਨ ਮਿਲੂਗਾ, ਤੂੰ ਲਿਖ ਕੇ ਐਪਲੀਕੇਸ਼ਨ ਲੈ ਜੀ 2 ਕਾਪੀਆਂ, ਇੱਕ ਤੇ ਤੈਨੂੰ ਐਕਨੋਲਜਮੈਂਟ ਦੇ ਦੂਗਾ, ਇੱਕ ਲਿਖ ਲੂਗਾ, ਤੇਰਾ ਕੰਮ ਜੀ ਉਹਦੇ ਦਿਮਾਗ 'ਚ ਬੈਠ ਗਿਆ, ਫਟਾਫਟ ਹੋ ਜਾਊਗਾ। ਤੋ ਇਸ ਕਰਕੇ ਜੀ ਮੈਨੂੰ ਕਿਸੇ ਪੋਲੀਟੀਸ਼ੀਅਨ ਵਿਚਾਰੇ ਨੇ ਕੁਛ ਨਹੀਂ ਕਿਹਾ। ਮੈਂ ਦਿੱਲੀ ਪੁਲਿਸ ਵੀ SP ਰਿਹਾ, ਮੈਂ ਮਨੀਪੁਰ 'ਚ 20 ਸਾਲ ਰਿਹਾ, ਹੋਰ ਵੀ ਇੱਧਰ ਉੱਧਰ। ਤੋ ਇਹ ਪੋਲੀਟੀਸ਼ੀਅਨ ਮਾੜਿਆ ਮੈਂ ਨਹੀਂ ਕਹਿੰਦਾ, ਪਰ ਇਹ ਘੱਟ ਮਾੜਿਆ। ਦੇਖੋ 1955 'ਚ ਪੁਲਿਸ ਨੂੰ ਰਿਫਾਰਮ ਕਰਨ ਵਾਸਤੇ ਪਾਰਲੀਮੈਂਟ ਲੋਕ ਸਭਾ ਦੀ ਐਸਟੀਮੇਟ ਕਮੇਟੀ ਨੇ ਰਿਕਮੈਂਡ ਕੀਤਾ ਸੀ ਕਿ ਨੈਸ਼ਨਲ ਪੁਲਿਸ ਕਮਿਸ਼ਨ ਸ਼ੁੱਡ ਬੀ ਸੈਟ ਅਪ ਟੂ ਪੁਲਿਸ ਦਾ ਚੇਂਜ ਸਰਕਮਸਟੈਂਸਿਸ ਰੋਲ ਨੂੰ ਐਗਜ਼ਾਮਨ ਕਰਕੇ ਇਹਨੂੰ ਕਿਵੇਂ ਰਿਫਾਰਮ ਕੀਤਾ ਜਾਵੇ। ਤੇ ਹੋਮ ਮਿਨਿਸਟਰ ਬਿਊਰੋਕਰੈਟ ਉਸ ਫਾਈਲ ਤੇ 22 ਸਾਲ ਬੈਠ ਰਹੇ। 1977 ਚ ਮੇਰੇ ਮਿਹਰਬਾਨ ਸੀ NS ਸਕਸੈਨਾ, ਮੈਂ ਉਹਨਾਂ ਨੂੰ ਰਿਕੁਐਸਟ ਕੀਤੀ, ਵਾ IG CRP ਮੇਰੀ ਕਲੋਜ਼, ਉਹਨੇ ਜਾ ਕੇ ਨੈਸ਼ਨਲ ਪੁਲਿਸ ਕਮਿਸ਼ਨ ਸੈਟਅਪ ਕਰਾਇਆ। ਤੋ ਇਸ ਕਰਕੇ ਪੋਲੀਟੀਸ਼ੀਅਨ ਮਾੜੇ ਆ ਮੈਂ ਇਹ ਨਹੀਂ ਕਹਿੰਦਾ, ਪਰ ਇਹ ਘੱਟ ਮਾੜਿਆ। ਦੇਖੋ ਪੋਲੀਟੀਸ਼ੀਅਨ ਨੇ 1955 ਚ ਰਿਕਮੈਂਡ ਕੀਤਾ ਸੀ ਇੱਕ ਸੀ ਕਮੇਟੀ ਔਨ ਰਿਫਾਰਮ ਆਫ ਬਿਊਰੋਕ੍ਰੇਸੀ, ਅਸ਼ੋਕ ਚੰਦਾ ਕਮੇਟੀ, ਉਹਨੇ ਇਹ ਰਿਕਮੈਂਡ ਕੀਤਾ ਕਿ IAS ਅਫਸਰ ਪਹਿਲੇ 6 ਸਾਲਾਂ ਦੇ ਅੰਦਰ ਅੰਦਰ ਆਪਣੇ ਆਪ ਨੂੰ ਸਪੈਸ਼ਲਾਈਜ਼ ਕਰਨ 8 ਫੀਲਡਾਂ ਦੇ ਵਿੱਚੋਂ ਇੱਕ, ਇਕਨੋਮਿਕਸ ਦਾ ਹੋਇਆ, ਰੋਲ ਵੀ ਉਹਦੇ 'ਚ ਫਿਰ ਸਾਰੀ ਉਮਰ ਰਹਿਣ, ਤਾਂ ਜੋ ਦੇਵ ਕੰਮ ਹੈ ਸਪੈਸ਼ਲਿਸਟ ਜਰਨਲਿਸਟ। ਉਹ ਇਹਨਾਂ ਨੇ ਰਿਪੋਰਟ ਕੈਬਨਿਟ ਦੇ ਵਿੱਚ ਵੀ ਬੈਠਣ ਨਹੀਂ ਦਿੱਤੀ। ਫਿਰ 1969 ਚ ਐਡਮਿਨਿਸਟ੍ਰੇਟਿਵ ਰਿਫਾਰਮਸ ਕਮਿਸ਼ਨ ਨੇ ਵੀ ਉਹੀ ਕਮਿਸ਼ਨ ਰਿਕਮੈਂਡ ਕੀਤਾ ਕਿ IAS ਸ਼ੁੱਡ ਸਪੈਸ਼ਲਾਈਜ਼ ਇਨ ਵਨ ਆਫ ਦਾ 8 ਫੀਲਡਸ। ਉਹ ਵੀ ਇਹਨਾਂ ਨੇ ਇੱਕ ਜੁਆਇੰਟ ਕਾਨਫਰੰਸ ਕਰਕੇ ਇੱਕ ਇੰਡੀਅਨ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਨਿਊ ਦਿੱਲੀ ਦਾ ਡਾਇਰੈਕਟਰ IAS ਅਫਸਰ, ਇੱਕ IAS ਅਕੈਡਮੀ ਮਸੂਰੀ ਦਾ ਡਾਇਰੈਕਟਰ ਕਾਨਫਰੰਸ ਕੀਤੀ। ਉਹਨਾਂ ਰਿਕਮੈਂਡ ਕੀਤਾ ਕਿ ਇਟ ਸ਼ੁੱਡ ਬੀ ਰਿਜੈਕਟਡ। ਜਿਹੜੀ ਚੀਜ਼ IAS ਦੇ ਖਿਲਾਫ ਜਾਂਦੀ ਹੈ ਇਹ ਉਹਨੂੰ ਇੰਪਲੀਮੈਂਟ ਹੋਣੇ ਨਹੀਂ ਦਿੰਦੇ। ਹੁਣ ਜੇ ਪੁਲਿਸ ਰਿਫਾਰਮ ਹੋ ਜਾਂਦੀ ਤਾਂ ਇਹਨਾਂ ਦੀ ਦਾਦਾਗਿਰੀ ਨਿਕਲ ਜਾਣੀ ਸੀ। ਇਹਨਾਂ ਨੇ ਉਹ ਜਾਣੇ ਨਹੀਂ ਦਿੱਤੀ ਪੰਡਿਤ ਨਹਿਰੂ ਤੱਕ। ਪੁਲਿਸ ਅਫਸਰਾਂ ਦਾ ਵੀ ਕਸੂਰ ਹੈ। ਇੱਕ ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਹੋਇਆ ਮਿਸਟਰ BN ਮਲਿਕ, ਉਹ 14 ਸਾਲ ਰਹੇ ਆ 1950 ਤੋਂ 1964 ਤੱਕ। ਉਹ ਪੰਡਿਤ ਨਹਿਰੂ ਦੇ ਇੰਨਾ ਕਲੋਜ਼ ਸੀ, ਉਹਦੇ ਘਰ ਜਾਂ ਆਫਿਸ ਬਗੈਰ ਅਪਾਇੰਟਮੈਂਟ ਤੋਂ ਜਾ ਸਕਦਾ ਸੀ। ਜੋ BN ਮਲਿਕ ਨੂੰ ਥੋੜੀ ਵਾਲੀ ਵੀ ਵਿਜ਼ਡਮ ਹੁੰਦੀ ਜਾਂ ਵਿਜ਼ਨ ਹੁੰਦੀ ਤਾਂ ਉਹ ਪੰਡਿਤ ਨਹਿਰੂ ਨੂੰ ਕਹਿੰਦਾ ਤੇ ਫਟਾਫਟ ਪੁਲਿਸ ਰਿਫਾਰਮ ਹੋ ਜਾਣੀ ਸੀ। ਇਸ ਕਰਕੇ IAS ਅਫਸਰ ਬਹੁਤ ਕਸੂਰ ਹੈ, ਪਰ ਨਾਲ ਸੀਨੀਅਰ ਪੁਲਿਸ ਅਫਸਰਾਂ ਦੇ ਵੀ ਕਸੂਰ ਹੈ। ਇਹ ਆਪਣੀ ਤੂਤੀ ਗੁਣ ਗਾਉਂਦੇ ਰਹਿੰਦੇ ਆ, ਇਹ ਇੰਟਰਸਟ ਨਹੀਂ ਲੈਂਦੇ ਪੁਲਿਸ ਨੂੰ ਰਿਫਾਰਮ ਕਰਨ ਦਾ। ਮੈਂ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਪੁਲਿਸ ਰਿਫਾਰਮ ਹੋ ਜਾਏ। ਤੇ ਮੈਂ 1980 ਪੰਦੇਰ ਸਾਹਿਬ, ਮੈਂ ਕਿਉਂਕਿ ਤੁਹਾਡੇ ਕੋਲ ਕਹਿਣ ਲਈ ਬੜਾ ਕੁਝ ਹੈ, ਇੱਕ ਮੇਰੀ ਬੇਨਤੀ ਆ, ਵੈਸੇ ਏਡੇ ਵੱਡੇ ਸੀਨੀਅਰ ਅਫਸਰ ਇੰਨੇ ਵੱਡੇ ਹਸਤੀ ਨੂੰ ਇਹ ਕਹਿਣਾ ਕਿ ਤੁਸੀਂ ਕੈਮਰੇ ਵੱਲ ਦੇਖੋ, ਸਾਨੂੰ ਤੁਹਾਡੇ ਲਫ਼ਜ਼ ਜ਼ਿਆਦਾ ਅਹਿਮ ਆ, ਤੁਸੀਂ ਕੈਮਰੇ ਵੱਲ ਦੇਖ ਕੇ ਬੋਲੋਗੇ ਸਾਨੂੰ ਹੋਰ ਜ਼ਿਆਦਾ ਮਜ਼ਾ ਆਊਗਾ। ਸੋ ਠੀਕ ਹੈ ਜੀ, ਬੇਨਤੀ ਆ ਕਿ ਤੁਸੀਂ ਕਿਉਂਕਿ ਮਨੀਪੁਰ ਦੇ ਵਿੱਚ ਪੁਲਿਸ ਰਿਫਾਰਮਸ ਦੇ ਨਾਂ ਨਾਲ ਜਾਣੇ ਗਏ ਹੋ, ਤੁਸੀਂ ਉੱਥੇ ਪੁਲਿਸ ਦੇ ਲਗਭਗ ਹੈਡ ਰਹੇ ਮਨੀਪੁਰ ਦੇ ਵਿੱਚ। ਨੈਸ਼ਨਲ ਸਿਕਿਉਰਿਟੀ ਜਿਹੜੀ NSG ਹੈ ਗਾਰਡ, ਉਹਦੇ ਤੁਸੀਂ DG ਰਹੇ। ਹੁਣ ਮੈਂ ਜੋ ਪੁੱਛਣਾ ਚਾਹੁੰਦਾ ਹੈ, ਬੇਸਿਕਲੀ ਸਾਡਾ ਦਰਦ ਕੁਝ ਹੋਰ ਤਰ੍ਹਾਂ ਦਾ, ਪੰਜਾਬ ਦਾ ਦਰਦ ਆ ਕਿ ਇੱਥੋਂ ਦੀ ਪੁਲਿਸ ਫੋਰਸ ਦਾ ਸਿਆਸੀਕਰਨ ਕਰਤਾ ਸਾਡੇ ਰਾਜਨੇਤਾਵਾਂ ਨੇ। ਇਸ ਵੇਲੇ ਕਿਸੇ ਵੀ ਸਰਕਾਰ ਕੋਲ ਸਭ ਤੋਂ ਜ਼ਿਆਦਾ ਵੱਡਾ ਹੱਥ ਠੋਕਾ ਹੁੰਦਾ ਹੈ ਪੁਲਿਸ ਮਹਿਕਮਾ। ਉਹ ਸਭ ਤੋਂ ਜ਼ਿਆਦਾ ਆਪਣੇ ਵਿਰੋਧੀਆਂ ਤੇ ਵਰਤਦੇ ਆ ਝੂਠੇ ਪਰਚੇ ਔਰ ਜ਼ਿਆਦਤੀਆਂ, ਉਸੇ ਹੀ ਜ਼ਿਆਦਾ ਉੱਥੋਂ ਹੀ ਕੋਰਟਾਂ ਦੇ ਵਿੱਚ ਕੇਸ ਜਾਂਦੇ ਆ ਤੇ ਉੱਥੋਂ ਹੀ ਲੋਕਾਂ ਦਾ ਰੌਲਾ ਪੈਂਦਾ ਕਿ ਧੱਕਾ ਹੋ ਗਿਆ, ਮਰ ਗਏ ਮਾਰਤੇ। ਮੈਨੂੰ ਇਹ ਦੱਸੋ, ਪਿੱਛੇ ਸੁਪਰੀਮ ਕੋਰਟ ਨੇ ਵੀ ਕਿਹਾ ਸੀ ਕਿ ਕੋਈ ਅਫਸਰ 3 ਸਾਲ ਤੋਂ ਵੱਧ ਨਾ ਰਵੇ, ਇਹ ਵੀ ਕਿਹਾ ਸੀ ਕਿ ਉਹ ਆਪਣੇ ਜ਼ਿਲ੍ਹੇ ਕਈ ਕੁਝ ਕਿਹਾ ਸੀ, ਔਰ ਉਹ ਰਿਫਾਰਮ ਲਾਗੂ ਵੀ ਹੋਏ। ਉਹ ਕਿੱਥੇ ਲਾਗੂ ਹੋਏ ਮੈਨੂੰ ਨਹੀਂ ਪਤਾ ਲੱਗਿਆ। ਮੈਨੂੰ ਹੁਣ ਜ਼ਰਾ ਖੋਲ ਕੇ ਦੱਸਿਓ ਕਿ ਜਿਹੜਾ ਇਹ ਨੈਕਸਸ ਬਣ ਜਾਂਦਾ ਅਫਸਰਸ਼ਾਹੀ ਔਰ ਪੋਲੀਟੀਸ਼ੀਅਨਸ ਦਾ, ਇਹਦੇ ਵਿੱਚੋਂ ਸਟੇਟ ਦਾ ਸਰਮਾਇਆ, ਸਟੇਟ ਦਾ ਬਿਜ਼ਨਸ ਮਰ ਜਾਂਦਾ,
ਖਾਸ ਤੌਰ ਤੇ ਇਹ ਜਿਹੜੇ ਚੰਡੀਗੜ੍ਹ ਦੇ ਘੇਰੇ 'ਚ ਜ਼ਮੀਨਾਂ ਜਾਇਦਾਦਾਂ ਨੇ, ਲੋਕਾਂ ਦੇ ਬਿਜ਼ਨਸ ਆ, ਉਹ ਸਾਰੀਆਂ ਚੀਜ਼ਾਂ ਉੱਥੋਂ ਨਿਕਲ ਕੇ ਆਉਂਦੀਆਂ ਜਦੋਂ ਅਫਸਰ ਤੇ ਸਿਆਸਤਦਾਨ ਰਲ ਜਾਂਦੇ ਆ। ਇਹ ਕਿਵੇਂ ਗੱਠਜੋੜ ਬਣ ਜਾਂਦੇ? ਮੈਂ ਉਹੀ ਅਰਜ਼ ਕਰਦਾ, ਜਿਵੇਂ ਮੈਂ ਕਿਹਾ ਜੀ, ਸੀਨੀਅਰ ਅਫਸਰ ਦਾ ਜਿਹੜੇ ਹੋਮ ਸੈਕਟਰੀ ਨੇ ਗਵਰਨਮੈਂਟ ਆਫ ਇੰਡੀਆ ਦੇ, ਇਹਨਾਂ ਨੇ ਸਭ ਤੋਂ ਵੱਧ ਸੱਤਿਆਨਾਸ਼ ਕੀਤਾ ਬਿਊਰੋਕ੍ਰੇਸੀ ਨੂੰ ਤੋੜ ਮੋੜ ਕਰਕੇ। ਉਹਦੇ ਤੇ ਫਿਰ ਪੋਲੀਟੀਸ਼ੀਅਨ ਨੇ ਫਾਇਦਾ ਉਠਾ ਲਿਆ। ਇਹ 1958 ਤੱਕ ਜਿਹੜੀ ਜੋ ਮਰਜ਼ੀ ਕਹਿਣਾ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਅਜੇ ਵੀ ਨਿਊਟਰਲ ਹੈ। ਇਹ ਮਜ਼ਾਕ ਹੈਗਾ ਕਿ IAS IPS ਬਣਨਾ ਸੌਖਾ, ਪੰਜਾਬ 'ਚ ਹਰਿਆਣੇ 'ਚ ਨਾਇਬ ਤਹਿਸੀਲਦਾਰ ਬਣਨਾ ਔਖਾ ਪਬਲਿਕ ਸਰਵਿਸ, ਕਿਉਂਕਿ ਉੱਥੇ ਹੇਰਾਫੇਰੀ ਬਹੁਤ ਘੱਟ ਹੈਗੀ UPSC। ਜੀ ਜੀ 16 ਦਸੰਬਰ 1958 ਤੱਕ ਜਿਹੜੀ ਪ੍ਰਮੋਸ਼ਨ ਲਿਸਟ ਬਣਦੀ ਸੀ ਨਾ IAS IPS ਦੀ, ਇਹ UPSC ਬਣਾਉਂਦੀ ਸੀ, ਅਪਰੂਵ ਕਰਦੀ ਸੀ ਪੈਨਲ। ਜਦੋਂ ਹੋਮ ਸੈਕਟਰੀ ਦੂਜਾ ਪੈਨਲ ਬਣਾਉਣ ਵਾਸਤੇ ਜਾਂਦਾ ਸੀ ਤਾਂ UPSC ਉਹਨੂੰ ਪੁੱਛਦੀ ਸੀ ਕਿ ਵੀ ਪੁਰਾਣਾ ਪੈਨਲ ਲਿਆ, ਤੂੰ ਉਹ ਜਿਹੜੇ ਨੇ ਸੀਨੀਅਰਿਟੀ ਨਾਲ ਪ੍ਰਮੋਟ ਕੀਤੇ ਆ, ਕਿਵੇਂ ਕੀਤੇ ਆ, ਤੇ ਉਹਨੂੰ ਬੜੀ ਮਨੂਵਰਿੰਗ ਦੀ ਮੁਸ਼ਕਲ ਹੋ ਜਾਂਦੀ ਸੀ ਕਿਉਂਕਿ ਉਹਦੀ ਕੁਐਸਚਨ ਕਰਦੇ ਸੀ ਕਿ ਉਹ ਤਾਂ ਉਹਦੇ ਤੋਂ ਬਚਣ ਵਾਸਤੇ ਇਹਨਾਂ ਹੋਮ ਸੈਕਟਰੀ ਦੇ ਗਵਰਨਮੈਂਟ ਆਫ ਇੰਡੀਆ ਨੇ 16 ਦਸੰਬਰ 1958 ਨੂੰ ਇੱਕ ਨੋਟੀਫਿਕੇਸ਼ਨ ਇਸ਼ੂ ਕੀਤਾ। ਉਹਦੇ 'ਚ ਜਿਹੜੀ ਪ੍ਰਮੋਸ਼ਨ ਲਿਸਟ ਸੀ IAS IPS ਦੀ, ਉਹ UPSC ਤੋਂ ਕਢਾ ਲਈ। ਉਦੋਂ ਬਾਅਦ ਉਹ ਜਿਹੜੀ, ਜਿਵੇਂ ਮੈਂ ਸੀ, ਮੈਂ ਪ੍ਰਮੋਸ਼ਨ ਲਿਸਟ ਤੇ ਸੀਗਾ, ਪਰ ਮੈਂ ਸਾਲ ਭਰ ਪੈਨਲ ਤੇ ਹੀ ਰਿਹਾ। ਉਹਨੂੰ ਕਹਿੰਦੇ ਅੱਜ ਕੱਲ੍ਹ ਅਫਸਰ ਔਨ ਪੈਨਲ ਡਿਊਟੀ। ਤੇ ਮੈਨੂੰ ਨਾ ਕੋਈ ਮੰਤਰੀ ਸੀ, ਨਾ ਕੋਈ ਸੈਕਟਰੀ, ਕੋਈ DG ਸੀ ਮੈਨੂੰ ਉੱਤੇ ਪ੍ਰਮੋਟ ਕਰਨ ਵਾਲਾ। ਮੈਂ ਬੈਠਾ ਰਿਹਾ ਤਾਂ ਅਫਸਰ ਔਨ ਪੈਨਲ ਡਿਊਟੀ ਬਣਿਆ ਰਿਹਾ। ਉਹ ਜੇ ਨੋਟੀਫਿਕੇਸ਼ਨ ਕੈਂਸਲ ਹੋ ਜਾਏ, ਹੋਮ ਸੈਕਟਰੀ ਦੀ ਜਿਹੜੀ ਡਿਸਕ੍ਰਿਸ਼ਨ ਆ ਨਾ ਪੋਲੀਟੀਸ਼ੀਅਨ ਨੂੰ ਅਬਲਾਈਜ਼ ਕਰਨ ਦੀ, ਉਹ ਜ਼ੀਰੋ ਹੋ ਜਾਏਗੀ। ਲੋਕ ਪ੍ਰਮੋਟ ਹੋਣਗੇ ਜਦੋਂ ਪਤਾ ਵੀ ਪ੍ਰਮੋਸ਼ਨ ਸੀਨੀਅਰਿਟੀ ਨਾਲ ਮਿਲਣੀ ਆ, ਸੀਨੀਅਰਿਟੀ ਲਿਸਟ ਨਾਲ, ਤੇ ਲੋਕ ਪੋਲੀਟੀਸ਼ੀਅਨ ਕੋਲ ਜਾਣਗੇ ਨਹੀਂ। ਇਹ ਹੋਮ ਸੈਕਟਰੀ ਨੇ ਸੱਤਿਆਨਾਸ਼ ਕੀਤਾ ਗਵਰਨਮੈਂਟ ਆਫ ਇੰਡੀਆ ਦਾ। ਕਰਪਸ਼ਨ ਤਿੰਨ ਕਿਸਮ ਦੀ ਹੁੰਦੀ ਹੈ। ਇੱਕ ਤਾਂ ਹੁੰਦੀ ਹੈ ਫਿਜ਼ੀਕਲ ਕਰਪਸ਼ਨ, ਮਨੀ ਐਂਡ ਮਟੀਰੀਅਲ। ਦੂਜੀ ਹੁੰਦੀ ਹੈ ਸੈਕਸ਼ੂਅਲ ਕਰਪਸ਼ਨ, ਐਨੀਵਨ ਹੂ ਗੋਜ਼ ਟੂ ਅਦਰ ਪਰਸਨ ਦੈਨ ਹਿਜ਼ ਓਨ ਸਪਾਊਸ ਫॉर ਸੈਕਸ, ਦੈਟ ਇਜ਼ ਕਾਲਡ ਸੈਕਸ਼ੂਅਲ ਕਰਪਸ਼ਨ। ਤੀਜੀ ਜਿਹੜੀ ਸਭ ਤੋਂ ਜ਼ਿਆਦਾ ਡੇਂਜਰਸ ਹੈ ਤੇ ਉਹ ਹੈਗੀ ਹੈ ਇੰਟੈਲੈਕਚੁਅਲ ਕਰਪਸ਼ਨ। ਇੰਟੈਲੈਕਚੁਅਲ ਕਰਪਸ਼ਨ ਹੈਗੀ ਹੈ ਕਿ ਜਦੋਂ ਤੁਸੀਂ ਜਾਣਦੇ ਹੋ ਕਿ ਗੱਲ ਗਲਤ ਹੈ, ਬਟ ਤੁਹਾਡੇ ਕੋਲ ਹੌਸਲਾ ਨਹੀਂ ਕਿ ਤੁਸੀਂ ਫਾਈਲ ਤੇ ਪੁੱਟ ਅਪ ਕਰ ਦਿਓ ਕਿ ਜਨਾਬ ਅਸਲੀਅਤ ਹੈ। ਉਹ ਮੈਂ ਇਸੇ ਕਰਕੇ ਕਹਿਣਾ ਕਿ ਚੀਫ ਸੈਕਟਰੀ DGP in the state government, secretary to government of India, DGPs in the central government, they are intellectually corrupt। 90%, 10% ਅਜੇ ਵੀ ਠੀਕ ਹੈਗੇ। ਗਵਰਨਮੈਂਟ ਆਫ ਇੰਡੀਆ 'ਚ ਸਿਰਫ 2 ਹੋਮ ਸੈਕਟਰੀ ਚੰਗੇ ਹੋਏ ਆ। ਇੱਕ ਵਾਰ CG ਸਮਈਆ ਸੀ 1986 ਦੇ ਵਿੱਚ, ਇੱਕ 2007 ਸੀ ਗੋਪਾਲਾ ਕ੍ਰਿਸ਼ਨਾ ਪਿੱਲੇ, ਉਹ ਨਿਊਟਰਲ ਸੀ। ਵਰਨਾ ਸਾਰੇ ਹੋਮ ਸੈਕਟਰੀ ਆਪਣੀਆਂ ਰੋਟੀਆਂ ਸੇਕਦੇ ਨੇ ਨਾ। ਇੱਕ ਹੋਮ ਸੈਕਟਰੀ ਦੀ ਬੇਟੀ ਰਿਟਨ ਦੇ ਵਿੱਚ ਸ਼ਿਵਾ ਸੋਸੋ, ਉਹਨੇ ਭੱਜ ਨੱਠ ਕਰਕੇ ਆਪਣੀ ਬੇਟੀ ਨੂੰ 97% ਇੰਟਰਵਿਊ 'ਚ ਨੰਬਰ ਲਾਤੇ। 1948 ਤੋਂ ਲੱਗ ਕੇ ਅੱਗੇ ਪਿੱਛੇ ਕਦੇ ਕਿਸੇ ਦੇ ਨਹੀਂ ਆਏ। ਫਿਰ ਉਹਨੂੰ ਕਾਡਰ ਆਪਣੀ ਚੋਇਸ ਦਾ ਨਹੀਂ ਸੀ ਮਿਲਦਾ। ਉਹਨਾਂ ਨੇ ਕਾਡਰ ਰੂਲ ਚੇਂਜ ਕਰਕੇ ਉਹ ਆਪਣੀ ਬੇਟੀ ਦਾ ਕਾਡਰ ਵਧੀਆ ਲੈ ਲਿਆ। ਫਿਰ ਉਹਨੇ ਭੱਜ ਨੱਠ ਕਰਕੇ ਆਪਣੀ ਬੇਟੀ ਨੂੰ ਇੰਡੀਅਨ ਯੂਨੀਵਰਸਿਟੀ ਵਾਸ਼ਿੰਗਟਨ 'ਚ ਲਾਤਾ ਤਾਂ ਜੋ ਉਹ ਫਾਰਨ ਐਕਸਚੇਂਜ ਕਮਾ ਸਕੇ। ਫਿਰ ਉਹਨੇ ਸ਼ਿਮਲੇ ਰਿਸਟ੍ਰਿਕਟਡ ਏਰੀਆ 'ਚ ਘਰ ਬਣਾਇਆ ਜਿੱਥੇ 3 ਰਿਲੈਕਸੇਸ਼ਨ ਹੋਈਆਂ ਸਪੈਸ਼ਲ, ਉੱਥੇ ਘਰ ਪਾ ਲਿਆ। ਮਤਲਬ ਜਿਹੜੇ ਹੋਮ ਸੈਕਟਰੀ ਨੇ ਦੇ ਮਿਸਯੂਜ਼ ਦੇਅਰ ਪੋਜੀਸ਼ਨ ਐਂਡ ਦੇ ਡਿਸਟਰੋਏ ਹੋਮ ਸੈਕਟਰੀਜ਼ ਐਜ਼ ਦਾ ਗਾਰਡੀਅਨਸ ਆਫ ਦਾ ਸਿਵਲ ਸਰਵਿਸਿਜ਼। ਤੇ ਇਹਨਾਂ ਨੇ ਸੱਤਿਆਨਾਸ਼ ਕੀਤਾ। ਜਦੋਂ ਬਾੜ ਹੀ ਖੇਤ ਨੂੰ ਖਾਣ ਲੱਗ ਜੇ ਤੇ ਫਿਰ ਖੇਤ ਦਾ ਰਾਖਾ ਕੀ ਹੋਣਾ। ਇਹ ਹੋਮ ਸੈਕਟਰੀ ਜ਼ਿਆਦਾ ਗੜਬੜ ਕੀਤੀ ਹੈ ਇਹਨਾਂ ਨੇ। ਜਿਹੜਾ ਵੀ ਰੂਲ IAS ਦੇ ਹੱਕ 'ਚ ਨਾ ਹੋਵੇ ਉਹਨੂੰ ਸਕਟਲ ਕਰ ਦਿੰਦੇ ਆ, ਤੇ ਜਿਹੜਾ ਉਹਦੇ ਹੋਵੇ ਉਹਨੂੰ ਫਟਾਫਟ ਇੰਪਲੀਮੈਂਟ ਕਰ ਦਿੰਦੇ ਆ। IPS ਵੀ ਉਹਨੇ ਹੀ ਮਾੜੇ ਆ, ਪਰ IPS ਥੋੜੇ ਜਿਹੇ ਘੱਟ ਨੇ ਕਿਉਂਕਿ ਇਹਨਾਂ ਦੇ ਹੱਥ 'ਚ ਅਥਾਰਟੀ ਘੱਟ ਹੈ। ਇਹਨਾਂ ਦਾ ਜਿਹੜਾ ਡਾਇਰੈਕਟਰ ਇੰਟੈਲੀਜੈਂਸ ਬਿਊਰੋ ਹੁੰਦਾ ਜਾਂ ਡਾਇਰੈਕਟਰ ਰਾਹ ਹੁੰਦਾ, ਇਹ ਪ੍ਰਾਈਮ ਮਿਨਿਸਟਰ ਦੇ ਬੜਾ ਕਲੋਜ਼ ਹੈ। ਇਹ ਕਦੇ ਵੀ ਯੂਜ਼ ਨਹੀਂ ਕਰਦੇ ਕਿ ਇਹਨੂੰ, ਸਿਵਾਏ ਥੋੜੇ ਜਿਹੇ ਨੂੰ ਛੱਡ ਕੇ, ਜਿਵੇਂ NS ਸਕਸੈਨਾ ਹੋਏ ਨੇ ਜਿਹਨੇ ਨੈਸ਼ਨਲ ਪੁਲਿਸ ਕਮਿਸ਼ਨ ਸੈਟਅਪ ਕਰਵਾਇਆ। ਫਿਰ UP ਦੇ ਮਿਸਟਰ ਪ੍ਰਕਾਸ਼ ਸਿੰਘ ਹੋਏ ਨੇ ਜਿਹੜੇ ਸੁਪਰੀਮ ਕੋਰਟ 'ਚ 9 ਸਾਲ ਕੇਸ ਲੜ ਕੇ ਸੁਪਰੀਮ ਕੋਰਟ ਦਾ ਫੈਸਲਾ ਲਿਆ। तो इस करके सीनियर अफसर ज़्यादा कसूरवार ने। जूनीयर ਦੇ ਵਿੱਚ ਅਜੇ ਵੀ ਜਦੋਂ ਜੁਆਇਨ ਕਰਦੇ ਆ 90% ਅਫਸਰ ਚੰਗੇ ਹੁੰਦੇ ਆ। ਦੇ ਹੈਵ ਆਈਡੀਅਲਿਜ਼ਮ। ਹਰ ਸਾਲ ਉਹਨਾਂ ਜਦੋਂ ਵੱਡਿਆਂ ਨੂੰ ਦੇਖਦੇ ਆ ਹੇਰਾਫੇਰੀ ਕਰਦੇ, ਅੱਗੇ ਪਿੱਛੇ ਲਿਟਦੇ, ਤੇ ਦੇ ਸੇ ਜੋਕ ਹੈ ਕਿ 32 ਵਰਟੇਬਰੇ ਹੁੰਦੇ ਆ ਤੁਹਾਡੀ ਬੈਕਬੋਨ ਦੇ ਵਿੱਚ। ਹਰ ਸਾਲ ਇੱਕ ਲੂਜ਼ ਕਰਦੇ ਹੋ। ਜਦੋਂ 32 ਸਾਲ ਨੌਕਰੀ ਕਰਕੇ ਚੀਫ ਸੈਕਟਰੀ DGP ਬਣਦੇ ਆ, ਵਰਟੇਬਰਾ ਹੀ ਕੋਈ ਨਾ। ਸੋ ਦੇ ਵੈਂਟ ਫਾਰਵਰਡ ਐਂਡ ਬੈਕਵਰਡ ਵਿਦ ਦਾ ਸੇਮ ਕਰੀਅਰ। ਸਪਾਈਨਲੈਸ ਉਹ ਕਹਿੰਦੇ ਨਾ ਰੀੜ ਦੀ ਹੱਡੀ ਤੋਂ ਬਿਨਾ।
ਉਹ ਹੁੰਦੀ ਹੈ ਨਹੀਂ ਜੀ ਇਹਨਾਂ ਦੇ ਵਿੱਚ। ਇਹ 90% ਹੈਗੇ, 10% ਚੰਗੇ ਹੈਗੇ, ਐਸੀ ਗੱਲ ਨਹੀਂ, 20 ਨਾਸ ਨਹੀਂ ਹੋਇਆ। ਜਿਵੇਂ ਉਹ ਨੋਇਡਾ ਦੇ ਵਿੱਚ ਸੀ ਲੇਡੀ ਨਾਗਪਾਲ, ਬੜਾ ਤਕੜਾ ਸਟੈਂਡ ਲਿਆ। ਅਨਫੋਰਚੂਨੇਟਲੀ ਜਦੋਂ ਉਹਦੀ ਇਨਕੁਆਇਰੀ ਹੋਈ, ਉਹਦੇ ਕਮਿਸ਼ਨਰ ਨੇ ਉਹਦੇ ਖਿਲਾਫ ਲਿਖਿਆ, ਉਹਦੇ ਚੀਫ ਸੈਕਟਰੀ, ਉਹ ਕਮਿਸ਼ਨਰ ਵੀ ਕਿਸੇ ਕਮਿਸ਼ਨ ਦਾ ਮੈਂਬਰ ਬਣ ਗਿਆ, ਰਿਟਾਇਰ ਹੋ ਕੇ ਚੀਫ ਸੈਕਟਰੀ ਵੀ ਚੇਅਰਮੈਨ ਬਣ ਗਿਆ। ਇਹ ਸੀਨੀਅਰ ਅਫਸਰ ਕਰਦੇ ਆ, ਅਜੇ 20 ਨਾਸ ਨਹੀਂ ਹੋਇਆ ਸਰਵਿਸ ਦੇ ਵਿੱਚ। ਜੇ ਉਹ 16 ਦਸੰਬਰ 1958 ਦਾ ਨੋਟੀਫਿਕੇਸ਼ਨ ਕੈਂਸਲ ਕਰਕੇ ਇਹਨਾਂ ਦਾ ਪ੍ਰਮੋਸ਼ਨ ਸਿਸਟਮ UPSC ਕੋਲ ਚਲਿਆ ਜਾਵੇ, ਫਿਰ ਵੀ ਕੁਛ ਨਾ ਕੁਛ ਚੇਂਜ ਹੋ ਜਾਏਗੀ। ਹੁਣ ਉਹਦੇ ਨਾਲ ਸਾਰੇ ਮਾਰੇ ਜਾ ਰਹੇ ਆ ਜੀ। ਦੂਜਾ ਜਿਹੜੀ ਮੈਂ ਬੇਨਤੀ ਕੀਤੀ ਸੀ ਨਾ, ਉਹ ਇਹ ਹੈ ਕਿ ਹਾਂ ਗੱਲ ਤਾਂ ਤੁਸੀਂ ਉਹੀ ਕਰ ਰਹੇ ਹੋ, ਪਰ ਮੇਰਾ ਸਵਾਲ ਸਿੱਧਾ ਹੈ ਕਿ ਅਸੀਂ ਆਪਣੇ ਇਸ ਢਾਂਚੇ 'ਚ ਕੋਈ ਵਿਧੀਵਤ ਚੇਂਜ ਕਦੇ ਆਸ ਕਰ ਸਕਦੇ ਹਾਂ ਜਿਹਦੇ ਨਾਲ ਸਾਡੀ, ਹਾਂ ਉਹ ਕਿਵੇਂ? ਇੱਕ ਤਾਂ ਇਹ ਹੈ ਜੀ, ਪੰਜਾਬ ਗਵਰਨਮੈਂਟ ਦੇ ਵਿੱਚ IAS IPS ਦੀਆਂ ਇਨਕੁਆਇਰੀਆਂ ਸ਼ੁਰੂ ਕਰਦੇ ਆ, ਉਹਦੇ ਚੋਂ ਕਿਸੇ ਅਫਸਰ ਨੂੰ ਆਉਂਦਾ ਉਹ ਜੀ ਸਾਡਾ ਪ੍ਰੋਟੋਕਾਲ ਠੀਕ ਨਹੀਂ, ਸਟੇ ਆਰਡਰ 100 ਸਿਆਪਾ ਕਰਦੇ ਆ। ਜੇ ਇਹ ਪੰਜਾਬ ਦਾ ਚੀਫ ਸੈਕਟਰੀ ਆਪਣਾ ਚੀਫ ਜਸਟਿਸ ਨੂੰ ਲਿਖ ਕੇ ਉਹ ਤੇ ਲਿਸਟ ਲੈ ਲੇ 4-5 ਰਿਟਾਇਰਡ ਜੱਜ ਦੀ ਜਿਹੜੇ ਅਪਰਾਈਟ ਹੈਗੇ, ਜਿਵੇਂ ਇੱਕ ਉਹ ਕਰੈਕ ਹੈਗਾ, ਉਹਦਾ ਨਾਂ ਹੈਗਾ ਅਮਰਦੱਤ, ਜਿਹਨੇ KPS ਗਿੱਲ ਨੂੰ ਕੈਦ ਕੀਤੀ ਸੀ, ਇਹ ਜੇ 4 ਲੈ ਲਓ ਤੇ ਜੋ ਉਹਨੂੰ ਇਨਕੁਆਇਰੀ ਦੇ ਦੇਣ, ਉਹਦੇ ਤੇ ਕੋਈ ਨਹੀਂ ਹੈਗਾ, ਕਿਉਂਕਿ ਜੱਜ ਸੁਪਰੀਮ ਕੋਰਟ ਦਾ, ਆਪਣਾ ਹਾਈ ਕੋਰਟ ਦਾ ਚੀਫ ਸੈਕਟਰੀ DGP ਨੂੰ ਪ੍ਰੋਟੋਕਾਲ 'ਚ ਹਾਈ ਹੈ, ਉਹਨੂੰ ਕੋਈ ਸਟੇ ਆਰਡਰ ਨਹੀਂ ਮਿਲੇਗਾ, ਕੋਈ ਪ੍ਰੋਟੋਕਾਲ ਦੀ ਪ੍ਰੋਬਲਮ ਨਹੀਂ, ਉਹਦੇ ਨਾਲ 2-4 ਨੂੰ ਡਿਸਮਿਸ ਕਰ ਦਿਓ, ਬਾਕੀ ਆਪਣੇ ਆਪ ਸਿੱਧੇ ਹੋ ਜਾਣਗੇ। ਤੀਜਾ ਇੱਕ ਸਿਸਟਮ ਹੈਗਾ, ਉਹ ਹੈਗਾ ਕਿ ਇਹਦਾ ਮੈਨੂਅਲ 'ਚ ਹੈ ਕਿ ਹਰ ਸੋਮਵਾਰ ਨੂੰ ਹਰੇਕ ਕਲਰਕ ਲਿਸਟ ਬਣਾਏਗਾ ਕੇਸਿਸ ਪੈਂਡਿੰਗ ਔਨ ਲਾਸਟ ਫਰਾਈਡੇ, ਲੈਸ ਦੈਨ 30 ਨੰਬਰ 5 ਚੇਅਰ 7 10 12 30 days to 90 days 5 ਲਾਈਨਾਂ, ਕੀ ਕੇਸ ਹੈ, ਕਿੱਥੇ ਪਿਆ, 90 days ਵਾਟ ਇਜ਼ ਦਾ ਕੇਸ, ਵੇਅਰ ਇਟ ਇਜ਼ ਪੈਂਡਿੰਗ, ਵਾਈ ਇਟ ਇਜ਼ ਪੈਂਡਿੰਗ। ਜੇ ਉਹ ਲਿਸਟ ਬਣੇ ਸੋਮਵਾਰ ਨੂੰ, ਉਹ 3 ਵਜੇ ਜੁਆਇੰਟ ਸੈਕਟਰੀ ਰਿਵਿਊ ਕਰੇ ਤੇ ਦੂਜੇ ਦਿਨ ਡਾਇਰੈਕਟਰ ਜਾਂ ਸੈਕਟਰੀ ਰਿਵਿਊ ਕਰੇ, ਬੁੱਧਵਾਰ ਨੂੰ ਚੀਫ ਸੈਕਟਰੀ, ਉਹ ਸਾਰਿਆਂ ਦੇ 90% MLA ਦਾ, ਲੋਕਾਂ ਦਾ ਕੰਮ ਕਿਉਂ ਕਿੱਥੇ ਖਰਾਬ ਹੁੰਦਾ ਕਿ ਕਿਸੇ ਦਾ TA ਨਹੀਂ ਮਿਲਿਆ, ਕਿਸੇ ਦਾ DA ਨਹੀਂ ਮਿਲਿਆ, ਕਿਸੇ ਦੀ ਕਨਫਰਮੇਸ਼ਨ ਨਹੀਂ ਮਿਲੀ, ਕਿਸੇ ਦਾ ਇਨਕਰੀਮੈਂਟ ਨਹੀਂ ਲੱਗਿਆ। ਜੇ ਉਹ ਕੰਮ ਆਟੋਮੈਟਿਕ ਹੋਣੇ ਸ਼ੁਰੂ ਹੋ ਜਾਏ, ਲੋਕੀ MLA ਕੋਲ ਜਾਏਗਾ ਜੀ, MLA 90% ਟਾਈਮ ਇਹਨਾਂ ਕੋਲ ਹੋਏਗਾ, ਦੈਨ ਦੇ ਵਿਲ ਅਪਲਾਈ ਦੈਟ ਟਾਈਮ ਫॉर ਪਾਲਿਸੀ ਪਲੈਨਿੰਗ ਫॉर ਫਿਊਚਰ ਆਫ ਦਾ ਸਟੇਟ। ਅਨਫੋਰਚੂਨੇਟਲੀ ਉਹ ਤਾਂ ਹੈ ਨਹੀਂ MLA, ਉਹ ਲੋਕਾਂ ਦੇ ਕੰਮ ਕਰਾਉਣ ਤੇ ਭੱਜੇ ਫਿਰਦੇ ਆ। ਇੱਕ ਚੀਫ ਸੈਕਟਰੀ ਸੀ ਕੁਝ ਸਾਲ ਪਹਿਲਾਂ, 7 ਸਾਲ ਪਹਿਲਾਂ, ਤੇ ਮੈਨੂੰ ਕਿਸੇ ਨੇ ਕਿਹਾ ਬੜਾ ਚੰਗਾ ਆਦਮੀ, ਮੈਂ ਉਹਦੇ ਕੋਲ ਗਿਆ, ਮੈਂ ਕਿਹਾ ਵੀ ਆਹ ਤੂੰ ਸ਼ੁਰੂ ਕਰ ਦੇ, ਤੇ ਜੇ ਲੋਕਾਂ ਦੇ ਕੰਮ ਸ਼ੁਰੂ ਹੋ ਗਏ ਆਪਣੇ ਆਪ MLA ਵਿਹਲੇ ਹੋ ਜਾਣਗੇ। ਕਹਿੰਦਾ ਜੀ ਫਿਰ MLA ਬੜੇ ਨਾਰਾਜ਼ ਹੋ ਜਾਣਗੇ। ਮੈਂ ਕਿਹਾ ਗੱਲ ਸੁਣ, ਤੂੰ ਚੀਫ ਸੈਕਟਰੀ ਹੈ, ਨਾਟ ਚੀਫ ਸੈਕਟਰੀ। ਮੈਂ ਉੱਠ ਕੇ ਆ ਗਿਆ, ਮੈਂ ਕਿਹਾ ਜੇ ਤੇਰਾ ਇਹ ਸਤਿਆਨਾਸ਼ ਹੈ ਤੇ ਬਾਕੀਆਂ ਦਾ ਕੀ ਹੋਊਗਾ। ਤਾਂ ਇਹ ਹੈਗਾ ਕਿ ਅਸੀਂ ਉਹ ਉਦੋਂ ਬਾਅਦ ਕਿਸੇ ਕਮਿਸ਼ਨ ਦਾ ਚੇਅਰਮੈਨ ਬਣ ਗਿਆ 5 ਸਾਲ ਵਾਸਤੇ। ਤਾਂ ਵਾਟ ਆਈ ਐਮ ਸੇਇੰਗ ਇਹ ਸੀਨੀਅਰ ਸਤਿਆਨਾਸ਼ ਕਰ ਰਿਹਾ। ਜਿਵੇਂ ਇਹ ਮੈਨੂਅਲ ਦਾ ਵੀਕਲੀ ਲਿਸਟ ਆਫ ਕੇਸਿਸ ਪੈਂਡਿੰਗ ਬਣਾ ਦੇਣਾ। ਇੱਕ ਪੰਜਾਬ 'ਚ ਅਫਸਰ ਹੋਇਆ PK ਵਰਮਾ, ਉਹ ਇੰਨਾ ਨਿਊਟਰਲ ਸੀ, ਐਫੀਸ਼ੀਐਂਟ ਸੀ ਔਰ ਇਮਾਨਦਾਰ ਸੀ। ਉਹ ਤੇ ਮੈਂ ਇੱਕ ਗੱਲ ਸਿੱਖੀ ਕਿ ਜਿਹੜੇ ਵੀ ਉਹ ਆਰਡਰ ਇਸ਼ੂ ਕਰਦਾ ਸੀ, ਉਹ ਸ਼ਾਮ ਨੂੰ ਆਫਿਸ ਬੰਦ ਹੋਣ ਤੋਂ ਪਹਿਲਾਂ ਉਹਦਾ ਅੰਡਰ ਸੈਕਟਰੀ ਜਾਂ ਡਿਪਟੀ ਸੈਕਟਰੀ ਉਹਦੀ ਆਫਿਸ ਕਾਪੀ ਆਰਡਰ ਇਸ਼ੂ ਹੋਏ ਦੀ ਲੈ ਕੇ ਉਹਦੇ ਦਸਤਖਤ ਕਰਾਉਂਦਾ ਸੀ, ਬਈ ਆਰਡਰ ਇਸ਼ੂ ਹੋ ਗਿਆ। ਹੁਣ ਵਰਨਾ ਅਸੀਂ ਫਾਈਲ ਤੇ ਆਰਡਰ ਇਸ਼ੂ ਕਰ ਦਿੰਦੇ ਹਾਂ, ਉਹ ਅੱਗੇ ਆਰਡਰ ਹੁੰਦਾ ਹੀ ਨਹੀਂ ਇਸ਼ੂ। ਜੇ PK ਵਰਮਾ ਚੀਫ ਸੈਕਟਰੀ ਹੁੰਦਾ ਪੰਜਾਬ ਦਾ, ਉਹਨੇ ਇਹਦੇ 'ਚ ਜਾਨ ਪਾ ਦੇਣੀ ਸੀ ਬਿਊਰੋਕ੍ਰੇਸੀ 'ਚ, ਵੀ ਕੰਮ ਕਰਨਾ ਪਊਗਾ, ਨਹੀਂ ਤੇ ਸ਼ਾਮ ਨੂੰ ਪਕੜੇਗਾ ਇਹ। तो ਜਿਹੜੇ ਚੰਗੇ ਅਫਸਰ ਨੇ ਉਹਨੂੰ ਖੁੱਡੇ ਲਾਈਨ ਲਾ ਰੱਖਦੇ ਆ। ਤੋ ਇੰਨਾ ਅਪਰਾਈਟ ਹੈ, ਯੂ ਕੈਨ ਬੀ ਪ੍ਰਾਊਡ ਆਫ ਦੈਟ ਮੈਨ। ਤੋ ਦੇਰ ਅਜੇ ਵੀ ਹੈਗੇ ਆ, ਪਰ ਉਹਨੂੰ ਵਿਚਾਰੇ ਨੂੰ ਕਿਸੇ ਨੇ ਚੀਫ ਸੈਕਟਰੀ ਬਣਾਇਆ ਹੀ ਨਹੀਂ ਹੈਗਾ, ਇੱਧਰ ਉੱਧਰ ਹੀ ਲਗਾ ਕੇ ਰੱਖਤਾ ਹੋਇਆ। ਅੱਛਾ, ਅਸੀਂ ਕੋਈ ਡਿਟੇਲ ਚ ਗੱਲਾਂ ਅਗਲੀ ਵਾਰੀ ਕਰਾਂਗੇ। ਹੁਣ ਜਾਂਦੇ ਜਾਂਦੇ ਮੈਨੂੰ ਸਿਰਫ ਇੰਨਾ ਦੱਸਿਓ ਕਿ ਜਿਹੜੀ 84 ਤੋਂ ਪਹਿਲਾਂ ਦੀ ਉਹ ਘਟਨਾ, ਜਿਹੜੀ ਮੈਂ ਕਈ ਵਾਰੀ ਸੁਣ ਕੇ ਮੇਰੇ ਰੌਂਗਟੇ ਵੀ ਖੜੇ ਹੋ ਜਾਂਦੇ, ਜਿਸ ਤੋਂ ਬਾਅਦ ਤੁਹਾਨੂੰ ਤਕਲੀਫਾਂ ਦਾ ਵੀ ਸਾਹਮਣਾ ਕਰਨਾ ਪਿਆ, ਤੁਹਾਨੂੰ ਕਈ ਜਗ੍ਹਾ ਚਾਰਜ ਸ਼ੀਟ ਕੀਤਾ ਗਿਆ, ਕਈ ਜਗ੍ਹਾ ਪਰੇਸ਼ਾਨੀਆਂ ਝੱਲੀਆਂ ਤੁਸੀਂ, ਉਹ ਮੈਨੂੰ ਦੱਸ ਦਿਓ ਜਾਂਦੇ ਜਾਂਦੇ। ਨੇ ਉਹ ਜੀ ਉਹਨਾਂ ਨੇ ਮੇਰੇ ਤੇ ਕੇਸ ਬਣਾ ਲਿਆ ਸੀ ਫੌਜੀਆਂ ਨੇ, ਦੇਸ਼ ਧਰੋਹੀ ਦਾ, ਇਨ ਦਾ ਇੰਟਰਸਟ ਆਫ ਦਾ ਸਿਕਿਉਰਿਟੀ ਡਿਸਪਿਊਟ। ਉਹ ਮੇਰੀ ਫਾਈਲ ਜਦੋਂ ਪਹੁੰਚੀ PM ਆਫਿਸ ਦੇ ਵਿੱਚ, ਉੱਥੇ ਮੈਨੂੰ ਪਹਿਲਾਂ ਇਨਸੀਡੈਂਟ ਦੱਸ ਦਿਓ ਕਿ ਉਹ ਮੀਟਿੰਗ ਦੇ ਵਿੱਚ ਕੀ ਹੋਇਆ, ਕੀ ਸੀ ਤੁਹਾਡੇ ਨਾਲ ਉੱਥੇ ਜੀ। ਮੀਟਿੰਗ ਦੇ ਵਿੱਚ ਇੰਸੀਡੈਂਟ ਤਾਂ ਪਹਿਲਾਂ ਵੀ ਸੀ। ਇੱਕ ਤਾਂ 1 ਜੂਨ ਨੂੰ ਇੱਥੇ ਦਰਬਾਰ ਸਾਹਿਬ ਤੇ ਫਾਇਰਿੰਗ ਸ਼ੁਰੂ ਹੋ ਗਈ ਸੀ BSF CRP ਦੀ। ਮੈਂ ਉਹ ਬੜੇ ਜਲੰਧਰ ਆਇਆ ਹੋਇਆ ਸੀ। ਜਲੰਧਰ ਮੈਨੂੰ ਪਤਾ ਲੱਗਿਆ ਲੰਚ ਤੇ
कि जी फायरिंग शुरू हो गई। मैं लंच छड्ड के विचाले आ गया, मैं 1.5 घंटे पहुँच के आउंदे फायर बंद कराती। फिर वो CRP के DG ने भी रिक्वेस्ट की ते उन्हें भी गल सुनी नहीं, वो भज के मैं वो ऑफिस भी गया, वो तो अगे चला गया। वो तो काफ़ी कैजुअलिटीज हो गई सी। उस तो बाद 3 ਨੂੰ मैं ਜਿਹੜੀ CRP ਸੀ ਇਹ ਹੀ ਵਾ ਨੋਨ ਐਜ ਏ ਪਰੋ ਹਿੰਦੂ ਫੋਰਸ, ਪੰਜਾਬ ਪੁਲਿਸ ਵਾ ਨੋਨ ਐਜ ਏ ਪਰੋ ਸਿੱਖ ਫੋਰਸ। ਲੋਕਾਂ ਨੂੰ ਅਤਵਾਰ ਕੋਈ ਨਹੀਂ ਸੀ। BSF ਅਜੇ ਨਿਊਟਰਲ, ਕਿਉਂਕਿ ਮੈਂ 12 ਸਾਲ ਪਹਿਲਾਂ ਰਹਿ ਕੇ ਆਇਆ ਸੀ। ਮੈਂ ਮੈਟਲ ਡਿਟੈਕਟਰ ਲਿਆਤੇ ਸੀ ਜਿਹੜੇ ਜੇਬ ਚ ਪਾਏ ਜਾਂਦੇ ਹੱਥ ਨਾਲ, ਤੇ ਬਾਕੀ ਕੋਡ ਆਫ ਕੰਡਕਟ ਦੱਸਿਆ ਸੀ 10 ਪੁਆਇੰਟ ਕੇ ਵੀ ਕਿਸੇ ਨੂੰ ਕੋਈ ਨਹੀਂ ਕਹਿਣਾ ਭਾਈ ਸਾਹਿਬ ਭੈਣ ਜੀ ਬੇਟੀ ਬੀਬੀ ਕਰਨੀ ਹੈ, ਗੁਰਦੁਆਰੇ ਮੰਦਰ ਦੇ ਨੇੜੇ ਪਿਸ਼ਾਬ ਨਹੀਂ ਕਰਨਾ, ਸਿਗਰਟ ਨਹੀਂ ਪੀਣੀ, ਮਤਲਬ ਇਹੋ ਜਿਹਾ ਕੋਡ ਆਫ ਕੰਡਕਟ ਸੀਗਾ। ਤੇ ਤਲਾਸ਼ੀ ਵੀ ਲੈਣੀ ਆ ਥੱਲੇ ਅਗਲੇ ਦੀ ਉਹ ਲੈ ਲਈ। ਤੇ ਜਦੋਂ ਪੱਗ ਦੇ ਕੋਲ ਆਏ ਉੱਥੇ ਉਹਦੇ ਨਾਲ ਤਲਾਸ਼ੀ ਲਓ ਤੁਸੀਂ ਮੈਟਲ ਡਿਟੈਕਟਰ ਨਾ, ਅਗਲੇ ਦੀ ਇੱਜ਼ਤ ਨੂੰ ਹੱਥ ਨਾ ਪਾਓ, ਉਹਦੇ ਨਾਲ ਜਥੇਦਾਰ ਖੁਸ਼ ਹੋ ਜਾਂਦੀ। ਇੱਕ ਅਸੀਂ ਉੱਥੇ ਮੇਰਾ ਹਰੇਕ ਸੈਕਸ਼ਨ ਦੇ ਵਿੱਚ ਇੱਕ ਪੰਜਾਬੀ ਸਪੀਕਿੰਗ ਮੁੰਡਾ ਪਾਉਂਦੇ ਹੁੰਦੇ ਤੇ ਇੱਕ ਮੈਟਲ ਡਿਟੈਕਟਰ ਹੁੰਦੇ ਸੀ। ਉਹ ਗੁਰਦੁਆਰਾ ਸ਼ਹੀਦਾਂ ਦੇ ਕੋਲ ਤਰਨਤਾਰਨ ਵੱਲੋਂ ਇੱਕ ਜਥੇਦਾਰ ਪੁੱਤਰ 25-30 ਬੰਦੇ ਲੈ ਕੇ ਛਾਲਾ ਮਾਰਦੇ ਆਵੇ। ਜਦੋਂ BSF ਨੇ ਰੋਕਿਆ ਉਹ ਟੱਪਣ ਲੱਗ ਗਿਆ। ਤੇ ਉਹ ਮੁੰਡਾ ਸੀ ਡੋਗਰਾ, ਉਹ ਕਹਿੰਦਾ ਬਈ ਜਥੇਦਾਰ ਗੱਲ ਸੁਣ, ਇਸ ਤੇ ਨੌਕਰੀ ਕਰਨੀ ਹੈ, ਬੱਚੇ ਪਾਲਣੇ, ਜੋ ਤੇਰੀ ਸਰਕਾਰ ਸੀ ਤੇ ਹੁਣ ਜੋ ਕਹਿੰਦਾ ਵੀ ਮੇਰੀ ਸਰਕਾਰ ਕਦੋਂ ਕੋਈ ਸੀ ਜੀ, ਬਾਦਲ ਸਾਹਿਬ ਤੁਹਾਡੇ। ਉਹ ਕਹਿੰਦਾ ਹਾਂਜੀ ਗਲਤ ਬੰਦਾ ਬਣਾਤਾ, ਹੁਣ ਨਹੀਂ ਬਣਾਉਣਾ, ਖੜ ਜਾਓ ਮੁੰਡਿਓ। ਤੇ ਉਹਨੇ ਜੀ ਤਲਾਸ਼ੀ ਲਈ ਸਿਰ ਦੇ ਕੋਲ ਮੈਟਰ, ਕਹਿੰਦਾ ਉਹ ਇਹ ਬੰਦੇ ਚੰਗੇ ਆ, ਇਹ ਪੱਗ ਨੂੰ ਹੱਥ ਨਹੀਂ ਲਾਉਂਦੇ, ਆਪਣਾ ਇਹਨਾਂ ਨਾਲ ਕੋਈ ਰੌਲੇ, ਖੜ ਜਾਓ। ਉਹ ਚੁੱਪ ਕਰਕੇ ਤਲਾਸ਼ੀ ਕਰਕੇ ਚਲਾ ਗਿਆ। ਤੋ ਇਹ ਟੈਕਟਫੁਲ ਹੈਂਡਲਿੰਗ ਸੀਗੀ। ਤੋ 3 ਜੂਨ ਨੂੰ ਜਨਰਲ ਸਾਹਿਬ ਆਏ। ਜਨਰਲ ਸਾਹਿਬ ਨੇ ਆ ਕੇ ਮੀਟਿੰਗ ਕੀਤੀ, ਜਿਹਦੇ ਵਿੱਚ ਸਿਵਲ ਦੇ ਅਫਸਰ ਵੀ ਸੀਗੇ, ਪੁਲਿਸ ਦੇ ਵੀ ਸੀਗੇ, BSF CRP। ਉਹਦੇ 'ਚੋਂ ਜਨਰਲ ਸਾਹਿਬ ਅੱਗੇ ਇਟਸ ਏ ਵੈਰੀ ਵੈਰੀ ਮਾਈਨਰ ਪ੍ਰੋਬਲਮ, ਇਟ ਵਿਲ ਬੀ ਸਰਜੀਕਲ ਆਪਰੇਸ਼ਨ, ਵਿਲ ਬੀ ਇਨ ਨੋ ਟਾਈਮ। ਤੇ ਇੱਕ ਕ੍ਰਿਮੀਨਲ ਆ ਬੈਠਿਆ ਹੋਇਆ ਹੈ ਉਹ, ਤੋ ਉਹ ਦੱਸੀ ਜੋ ਕਰੀ ਜਾਵੇ। ਕਹਿੰਦਾ ਜੀ ਬਾਕੀ ਜਿਹੜਾ ਵੀ ਬੰਦਾ ਸਿਰ ਚੁੱਕਦਾ ਉੱਥੇ ਉਹਦੇ ਗੋਲੀ ਮਾਰੋ। ਜਦੋਂ ਬੋਲਬਾਲ ਹਟਿਆ, ਮੈਂ ਕਿਹਾ ਜੀ ਇੱਕ ਗੱਲ ਕਹਿਣੀ ਆ ਕਿ ਇਹ ਤਾਂ ਤੁਹਾਨੂੰ ਗਲਤ ਫਹਿਮੀ ਹੈ ਕਿ ਭਿੰਡਰਾਂਵਾਲੇ ਸਰੈਂਡਰ ਕਰ ਦੇਗਾ। ਦੇयर cannot be better death for a Sikh than to die for defending his faith। मैं कहा इन्हें तो शास्त्र च लिखा, सूरा सो पहचानिए जो लड़े दीन के हेत, पुरजा पुरजा घट मरे कभी न छोटे खेत। माझे दे सिख हट्ठी तुर्क फौज पे माहे लड़ाई हो ठोक के होगी। मैं कहा जे ਭਿੰਡਰਾਂਵਾਲੇ ਸਰੈਂਡਰ करते पब्लिक उठ के मार देगी and he will prefer to die। ਮੋਰਓਵਰ ਉਹ ਦੂਜੇ ਪਾਸੇ ਜਨਰਲ ਸ਼ਵੇਗ ਸਿੰਘ ਆ, ਬੰਗਲਾਦੇਸ਼ ਦੀ ਮੁਕਤੀ ਬਾਣੀ ਦਾ ਬੜਾ ਇਟ ਕੈਪੇਬਲ ਜਨਰਲ ਆ, ਉਹ ਤੁਹਾਨੂੰ ਟਫ ਫਾਈਟ ਦੇਗਾ। ਇਟ ਨਾਟ ਬੀ ਦੈਟ ਈਜ਼ੀ। ਉਹ ਕਹਿੰਦਾ ਇਹ ਉਹ ਡੂ ਆਰ ਡਾਈ ਨਾਟ ਰੀਜਨ ਬਾਈ। ਮੈਂ ਕਿਹਾ ਜੀ ਮੈਨੂੰ ਤੁਸੀਂ ਲਿਖ ਕੇ ਦੇ ਦਿਓ। ਜਲਿਆਂਵਾਲੇ ਬਾਗ ਦੇ ਵਿੱਚ ਵੀ ਲਾਰਡ ਹੰਟਰ ਇਨਕੁਆਇਰੀ ਕਮਿਸ਼ਨ ਬੈਠਿਆ ਸੀ। ਸੂਨਰ ਔਰ ਲੇਟਰ ਇੱਥੇ ਵੀ ਸੁਪਰੀਮ ਕੋਰਟ ਦਾ ਜੱਜ ਇਨਕੁਆਇਰੀ ਕਰ ਗਿਆ। ਮੈਂ ਤਾਂ ਕਾਗਜ਼ ਪੱਕੇ ਕਰਕੇ ਚੱਲਣਾ। ਮੇਰੇ ਤਾਂ ਉਸਤਾਦ ਨੇ ਦੱਸਿਆ 8 ਵਾਰੀ ਬਾਈ ਕਹਿਣਾ, 1 ਵਾਰੀ 2 ਵਾਰੀ। ਕਹਿੰਦਾ ਆਏ ਮੈਂ ਜੱਟ ਸਿੱਖ। ਮੈਂ ਕਿਹਾ ਜੀ ਜੱਟ ਸਿੱਖ ਦੀਆਂ 2 ਪਛਾਣਾਂ ਹੁੰਦੀਆਂ ਨੇ, ਦਾੜੀ ਮੁੱਛਾ ਪਿੰਡ ਦਾ ਜੰਪਲ। ਨਾ ਜਨਾਬ ਦੇ ਦਾੜੀ ਮੁੱਛਾ, ਨਾ ਪਿੰਡ ਦੇ ਜੰਪਲ। ਜਨਾਬ ਮੈਕਸੀਮਮ ਕਲੇਮ ਟੂ ਵੀ ਇਹ ਮੋਡੀਫਾਈ, ਆਈ ਐਮ ਏ ਪਿਓਰ ਜੱਟ ਸਿੱਖ, ਆਈ ਨੋ ਦੀ ਸਾਈਕੋਲੋਜੀ। ਇੱਥੇ ਲੜਾਈ ਹੋਊਗੀ, ਠੋਕ ਕੇ ਹੋਊਗੀ। ਜੇ ਹੁਣ ਤੁਸੀਂ ਐ ਅਟੈਕ ਕਰੋ 100 ਬੰਦਾ ਭਿੰਡਰਾਂਵਾਲੇ ਦਾ ਮਰਨਾ ਹੀ ਮਰਨਾ, ਤੁਹਾਡੀਆਂ ਵੀ ਕੈਜੂਅਲਟੀ ਕਾਫੀ ਹੋਣਗੀਆਂ। ਜੇ ਤੁਸੀਂ ਇਹਨਾਂ ਦਾ ਪਾਣੀ ਕੱਟ ਦਿਓ, ਬਿਜਲੀ ਕੱਟ ਦਿਓ, ਖਾਣਾ ਕੱਟ ਦਿਓ, ਤੜਫਾ ਕੇ 8 ਦਿਨਾਂ 'ਚ ਅਟੈਕ ਕਰੋ, 25 ਬੰਦੇ ਤੁਹਾਡੇ ਮਰਨੇ ਚਾਹੀਦਾ, 100 ਬੰਦਾ ਭਿੰਡਰਾਂਵਾਲੇ ਦਾ, ਤੇ ਪਲੱਸ ਦਿਲ ਵੀ ਨੋ ਰਿਐਕਸ਼ਨ। ਤੇ ਉਹਨੇ ਸੋਚਿਆ ਇਹ ਉਹ, ਮੈਂ ਕਿਹਾ ਜੀ ਤੁਸੀਂ ਮੈਨੂੰ ਦੇਖ ਕੇ, ਉਹਨੇ ਵੀ ਹੱਥ ਮਾਰਿਆ ਟੇਬਲ ਤੇ, ਮੁੱਕੀ ਮਾਰੇ ਜੀ ਓਪਨ ਮਿਊਟਨੀ। ਮੈਂ ਕਿਹਾ ਜੀ ਓਪਨ ਮਿਊਟਨੀ ਅਕਲ ਦੀ ਗੱਲ ਕਹਿ ਰਿਹਾ ਮੈਂ ਤਾਂ। ਤੇ ਤੁਸੀਂ ਉਹ ਮੈਂ ਆਈ ਡਿਡ ਨਾਟ ਐਗਰੀ ਵਿਦ ਹਿਮ। ਆਈ ਵਾਜ਼ ਨੈਕਸਟ ਡੇ ਆਈ ਵਾਜ਼ ਰਿਮੂਵਡ ਔਰ ਸੈਂਟ ਔਨ ਕੰਪਲਸਰੀ ਲੀਵ। ਤੇ ਉਸ ਤੋਂ ਬਾਅਦ ਮੇਰੇ ਤੇ ਦੇਸ਼ ਧਰੋਹੀ ਦਾ ਕੇਸ ਬਣ ਗਿਆ। ਜਦੋਂ PC ਅਲੈਗਜ਼ੈਂਡਰ ਸੀ ਸੈਕਟਰੀ ਟੂ ਫਾਈਨੈਂਸ, ਉਹਦੇ ਕੋਲ ਗਿਆ, ਉਹਨੇ ਪੜ੍ਹਿਆ ਕਿ ਵੀ ਇਹ ਅਫਸਰ ਕਦੇ ਅੱਗੇ ਨਾ ਪਿੱਛੇ, ਉੱਥੇ ਹਾਰਡ ਏਜ ਵੀ ਰਿਹਾ, ਉੱਥੇ ਵੀ ਇਹਦੀ ਕੋਈ ਸ਼ਿਕਾਇਤ ਨਹੀਂ, ਸਭ ਚੰਗਾ ਰਿਕਾਰਡ ਹੈ। ਤੇ ਮੈਨੂੰ ਗੌਰਮੈਂਟ ਆਫ ਮਨੀਪੁਰ ਨੇ ਰਿਵਾਲਵਰ ਵੀ ਦਿੱਤਾ ਸੀ ਐਜ਼ ਏ ਰਿਵਾਰਡ, ਹੋਰ ਵੀ ਮੈਡਲ ਮੂਡਲ ਸਾਰੇ ਸੀਗੇ। ਤੇ ਇਹ ਕਿਵੇਂ ਆਲ ਹੋਏ ਛੱਡਣ, ਉਹਨੇ ਜੀ ਪੰਜਾਬ ਦਾ IG ਸੀ ਮਿਸਟਰ PS ਭਿੰਡਰ, ਇਹਨੂੰ ਬੁਲਾਇਆ ਕਿ ਮਿਸਟਰ ਭਿੰਡਰ ਆ ਇੱਕ ਕੇਸ ਆਇਆ, ਤੂੰ ਪੰਜਾਬ ਦਾ IG ਆ, ਤੇਰਾ ਕੀ ਵਿਚਾਰਾ। ਕਹਿੰਦਾ ਜੀ ਆਈ ਨੋ ਦਿਸ ਅਫਸਰ, ਹੀ ਇਜ਼ ਏ ਵੈਲ ਰੈਡ ਮੈਨ, ਪੜ੍ਹਿਆ ਲਿਖਿਆ ਆਦਮੀ ਆ। ਇਹਨੇ ਹੁਣੇ ਹੀ ਦਾਲ ਰੋਟੀ ਨਾਲ ਖਾਣੀ ਸ਼ੁਰੂ ਕਰਤੀ ਹੈ, ਠੰਡੇ ਪਾਣੀ ਨਾਲ ਨਹਾਉਂਦਾ, ਜੇਲ੍ਹ ਜਾਣ ਨੂੰ ਤਿਆਰ ਬੈਠਿਆ। ਜਿੰਨੇ ਇਹ ਅਕਾਲੀ ਨੇ, ਅਕਾਲੀ ਦਲ ਪ੍ਰਾਇਮਰੀ ਸਕੂਲ ਆ ਕਾਂਗਰਸ ਦਾ, ਅਕਾਲੀ ਪੋਲੀਟੀਸ਼ੀਅਨ ਤਿਆਰ ਕਰਦੇ ਆ, ਕਾਂਗਰਸ ਖਰੀਦ ਕਰਕੇ ਵਰਤ ਲੈਂਦੀ ਹੈ। ਬਾਬਾ ਖੜਕ ਸਿੰਘ ਅਕਾਲੀ, ਊਧਮ ਸਿੰਘ ਨਾਗੋ ਕੇ, ਅਮਰ ਸਿੰਘ ਕਿਹੜਾ ਸੀ ਦੈਨ, ਉਹ ਆਪਣਾ ਪ੍ਰਤਾਪ ਸਿੰਘ ਕੈਰੋਂ,
ਤੇ ਸਾਰੇ ਕਹਿੰਦਾ ਜੀ ਇੱਕੋ ਇੱਕ ਪਿਓਰ ਕਾਂਗਰਸੀਆ ਹੋਇਆ, ਉਹ ਸੀ ਸਰਦਾਰ ਦਰਬਾਰਾ ਸਿੰਘ। ਉਹੀ ਫੇਲ ਹੋ ਗਿਆ। ਜਿੰਨੇ ਸਕਸੈਸਫੁਲ ਪੋਲੀਟੀਸ਼ੀਅਨ ਹੈਗੇ ਕਾਂਗਰਸ ਦੇ, ਉਹ ਸਾਰੇ ਅਕਾਲੀ ਬੇਸ ਹੈ। ਬਟ ਯੂ ਵਿਲ ਬੀ ਪ੍ਰੋਡਿਊਸਿੰਗ ਏ ਅਕਾਲੀ ਜਥੇਦਾਰ ਜਿਹਨੂੰ ਤੁਸੀਂ ਖਰੀਦ ਨਹੀਂ ਸਕਦੇ, ਕਿ ਉਹਦਾ 20 ਰੁਪਏ ਰੋਜ਼ ਦਾ ਖਰਚਾ, ਠੰਡੇ ਪਾਣੀ ਨਹਾਉਣ ਦਾ, ਬਾਕੀ ਦਾ ਸਭ ਠੀਕ ਹੈ, ਇਹ ਤੁਹਾਡੇ ਖਰੀਦਿਆ ਨਹੀਂ ਜਾਣਾ। ਤੁਸੀਂ ਇਹਦੇ ਕੋਈ ਕਰਪਸ਼ਨ ਕੇਸ ਬਣਾ ਲਓ। ਉਹਨੇ ਲਿਖ ਕੇ ਭੇਜਤਾ ਕਿ ਜੀ ਫਾਈਂਡ ਆਊਟ ਹਿਜ਼ ਇੰਟੈਗਰਿਟੀ ਰਾਈਟ ਜੁਆਇਨਿੰਗ। ਉਹਨਾਂ ਜੀ ਮੇਰੇ ਪਿੰਡ ਦੀ ਜਾਇਦਾਦ ਚੈੱਕ ਕੀਤੀ, ਜਿੱਥੇ ਵੀ ਮੈਂ ਪੂਰਾ ਚੱਕਿਆ, ਉਹਨਾਂ ਨੂੰ ਕੱਖ ਨਹੀਂ ਮਿਲਿਆ। ਫਿਰ ਮੇਰੀ ਫਾਈਲ ਗਈ ਜੁਆਇੰਟ ਡਾਇਰੈਕਟਰ CBI ਕੋਲ, ਉਹਨੂੰ ਆਇਆ, ਉਹ ਕਹਿੰਦਾ ਓਏ ਹੋਰ ਨਹੀਂ ਕੁਝ ਮਿਲਦਾ, ਕੋਈ ਇਹਦੇ ਕੰਡਕਟ ਰੂਲ 'ਚ ਕੇਸ ਬਣਾ ਲਓ, ਫਰਿੱਜ ਖਰੀਦਿਆ ਹੋਣਾ, TV ਇਹਨੇ ਅਪਲਾਈ ਕੀਤਾ ਨਹੀਂ ਕੀਤਾ। ਤੇ ਉਹ ਜੀ ਮੇਰੇ ਘਰ ਆ ਗਏ, CBI ਦਾ DSP, 2 ਇੰਸਪੈਕਟਰ, ਬੜੇ ਅਪੋਲੋਜੈਟਿਕ। ਮੇਰੀ ਵਾਈਫ ਕਹਿੰਦੀ ਆਓ ਬੈਠੋ, ਤੁਸੀਂ ਚਾਹ ਪਾਣੀ ਪੀਓ, ਪੀ ਕੇ ਸੋਈ ਜੋ। ਉਹ ਕਹਿੰਦੇ ਜੀ ਠੀਕ ਹੈ। ਤੇ ਉਹ ਕਹਿੰਦੇ ਸਾਨੂੰ ਪਤਾ ਜੀ ਇਹ ਸਾਨੂੰ ਮਿਲਣਾ ਕੁਝ ਨਹੀਂ, ਪਰ ਅਸੀਂ ਧੱਕੇ ਧਕਾਏ ਦੇ ਕਾਰਵਾਈ। ਮੇਰੀ ਵਾਈਫ ਨੂੰ ਕਰ ਕਰਕੇ ਦੱਸੋ ਜੀ, ਕਹਿੰਦੇ ਜੀ ਆਹ ਦੱਸੋ ਫਰਿੱਜ ਕਦੋਂ ਖਰੀਦਿਆ ਸੀ। ਮੇਰੀ ਵਾਈਫ ਵਾਜ ਏ ਵੈਰੀ ਗੁੱਡ ਮਨੀਮ। ਉਹ ਰੋਜ਼ ਦਾ ਖਰਚਾ ਲਿਖਦੇ ਸੀਗੇ ਕਿ ਇੰਨੀ ਦਾਲ ਹੋਈ, ਇੰਨਾ ਹੋਇਆ, ਇਹ ਹੋਇਆ। ਇਹ ਜੀ ਇਹ ਫਲਾਣੇ ਸਾਲ ਖਰੀਦਿਆ ਸੀ, ਇੱਥੋਂ ਮੈਂ ਕੱਢਦੀ ਉਹਨੇ ਜੀ ਉਸ ਸਾਲ ਦੀ ਡਾਇਰੀ ਕੱਢ ਕੇ ਦਿਖਾਤਾ ਜੀ ਇਹਦੇ 'ਚ ਖਰੀਦਿਆ ਸੀ, ਬਾਕੀ ਜਿਹਦੀ ਫਾਈਲ ਤੁਹਾਨੂੰ। ਉਹ ਕਹਿੰਦੇ ਨਹੀਂ ਮੈਡਮ ਸਾਡੀ ਤਸੱਲੀ ਹੋ ਗਈ। ਫਿਰ ਕਹਿੰਦੇ ਮੈਡਮ ਜੇ ਤੁਹਾਡੇ ਵਰਗੇ ਸਾਰੇ IPS ਦੀਆਂ ਵਾਈਫ ਹੋਣ, ਅਸੀਂ ਤਾਂ ਕੀ ਮਾਰਨਾ, ਤੁਹਾਨੂੰ ਇਹ IPS ਨੂੰ ਰੱਬ ਵੀ ਨਹੀਂ ਮਾਰ ਸਕਦਾ। ਉਹ ਰਿਪੋਰਟ ਗਈ, ਦੇ ਹੈਵ ਨਥਿੰਗ ਟੂ ਪਨਿਸ਼ ਮੀ। ਤਾਂ ਫਿਰ ਉਹਨਾਂ ਨੇ ਮੈਨੂੰ ਜੀ ਵਾਪਸ ਮਨੀਪੁਰ ਭੇਜਤਾ। ਮਨੀਪੁਰ ਜਾ ਕੇ ਵੀ ਮੈਨੂੰ ਉਹਨਾਂ ਨੇ ਪੁਲਿਸ ਤਾਂ ਲਾਇਆ ਨਹੀਂ ਜੀ। ਸ਼ਖਸ ਸਾਹਿਬ ਬੜੇ ਮਿਹਰਬਾਨ ਸੀ, ਮਿਸਟਰ DN ਬਰੂਆ, ਕਹਿੰਦਾ ਵੀ ਤੇਰੇ ਖਿਲਾਫ ਸ਼ਿਕਾਇਤ ਆ, ਪੁਲਿਸ ਤਾਂ ਲਾਣਾ ਨਹੀਂ, ਇੱਕ ਆ ਮਨੀਪੁਰ ਡਿਵੈਲਪਮੈਂਟ ਸੁਸਾਇਟੀ ਹੈ, ਤੈਨੂੰ ਕੋਈ ਡਿਵੈਲਪਮੈਂਟ ਪਤਾ? ਮੈਂ ਕਿਹਾ ਜੀ ਮੈਂ ਕਿਸਾਨ ਹਾਂ, ਮੈਨੂੰ ਸਭ ਪਤਾ ਜੀ। ਉਹਨਾਂ ਮੈਨੂੰ ਮਨੀਪੁਰ ਡਿਵੈਲਪਮੈਂਟ ਸੁਸਾਇਟੀ ਦਾ ਮੈਨੇਜਿੰਗ ਡਾਇਰੈਕਟਰ ਲਾਤਾ। ਕੈਨ ਯੂ ਇਮੈਜਿਨ, ਉਹਦੇ 'ਚ ਇੰਨਾ ਸਵਾਦ ਆਇਆ, ਇੰਨਾ ਕੰਮ ਕੀਤਾ। 5000 ਹੈਂਡਲੂਮ 200 ਸੀਗੇ, ਉਹ 5000 ਹੋ ਗਏ 2.5 ਸਾਲਾਂ 'ਚ। ਹੋਰ ਵੀ ਇੰਨਾ ਰੂਰਲ ਡਿਵੈਲਪਮੈਂਟ ਨੇ ਕੀਤਾ, ਛੋਟੇ ਛੋਟੇ ਸੀਡ ਪੈਕਟ, ਐਗਰੀਕਲਚਰ ਯੂਨੀਵਰਸਿਟੀ ਤੋਂ, ਐਗਰੀਕਲਚਰ ਉੱਥੇ ਯੂਨੀਵਰਸਿਟੀ ਬੰਦੇ ਭੇਜੇ ਟ੍ਰੇਨਿੰਗ ਵਾਸਤੇ, ਇੱਧਰ ਉੱਧਰ। ਇੰਨਾ ਸਵਾਦ ਆਇਆ ਜਿਹੜਾ ਰਹਿ ਰੱਬ ਦਾ ਨਾਂ ਅਜੇ ਵੀ ਰਿਕਾਰਡ ਆ ਮੇਰਾ। ਉਹ 5 ਲੱਖ ਦਾ ਹੈਂਡਲੂਮ ਦਾ ਕੱਪੜਾ ਬਣਾਉਂਦੇ ਸੀ, ਮੇਰਾ 3 ਕਰੋੜ ਤੱਕ ਪਹੁੰਚ ਗਿਆ ਸੀ 2.5 ਸਾਲਾਂ 'ਚ। ਮਤਲਬ ਬੜਾ ਸਵਾਦ ਆਇਆ ਇਹ ਕੱਚੇ ਪੱਕੇ ਮਹਿਕਮਿਆਂ ਤੇ। ਇਸੇ ਤਰ੍ਹਾਂ ਮੈਂ ਜਿਹੜਾ ਦਾ ਵੀ DGP ਆ 3 ਸਾਲ, ਉਹ ਮੇਰੀ ਸਭ ਤੋਂ ਵਧੀਆ ਪੋਸਟਿੰਗ ਸੀਗੀ। ਉਹ ਦੈਟ ਵੀ ਫੁੱਲ ਚੈਪਟਰ 1 ਡੇ। ਤੇ ਜਿਹੜਾ ਆਪਾਂ ਉਹ ਕਰਾਂਗੇ। ਜੇਲਾਂ ਦੇ ਵਿੱਚ ਜਿਹੜੇ ਰਿਫਾਰਮਸ ਹੈ ਉਹਨਾਂ ਨੂੰ ਕਿਵੇਂ ਕੀਤਾ ਜਾ ਸਕਦਾ ਪੁਲਿਸ ਦੇ ਨਜ਼ਰੀਏ ਤੋਂ, ਉਹ ਇੱਕ ਪੰਧੇਰ ਸਾਹਿਬ ਨੇ ਮੈਨੂੰ ਆਫ ਦਾ ਰਿਕਾਰਡ ਦੱਸਿਆ ਸੀ। ਕਿਸੇ ਦਿਨ ਤੁਹਾਨੂੰ ਉਹ ਕਹਾਣੀ ਸਾਰੀ ਸੁਣਾਵਾਂਗੇ। ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਇਹ ਉਹ ਇਨਸਾਨ ਨੇ ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਉਣ ਲੱਗਿਆ ਇਹ ਨਹੀਂ ਵੇਖਿਆ, ਜ਼ਿੰਮੇਵਾਰੀ ਨੂੰ ਪਹਿਲ ਤੇ ਰੱਖਿਆ। ਜਦੋਂ ਇਹ DIG ਬਾਰਡਰ ਰੇਂਜ ਦੇ ਸੀਗੇ ਇੱਥੇ ਅੰਮ੍ਰਿਤਸਰ ਚ ਪੋਸਟਡ, ਮੇਰੇ ਖਿਆਲ ਬੜੀ ਲੰਬਾ ਤੁਹਾਡਾ ਉਹ ਸੀਗਾ ਜੀ ਏਰੀਆ, ਇਧਰੋਂ ਹਰੀਕੇ ਪੱਤਣ ਤੋਂ ਲੱਗ ਕੇ ਕਠੂਏ ਦੇ ਕੋਲ ਚਲਿਆ ਜਾਂਦਾ। ਉੱਥੇ ਨਰੋਟ ਚੈਮਲ ਸਿੰਘ ਹੈ, ਹੁਣ ਤਾਂ ਤਹਿਸੀਲ ਬਣ ਗਈ, ਉਸ ਵੇਲੇ ਸਬ ਤਹਿਸੀਲ ਹੁੰਦੀ ਸੀ। ਇੱਕੋ ਦਰਿਆ ਆਉਂਦਾ ਉੱਪਰ, ਉਜ ਰਿਵਰ ਬਾਉਂਡਰੀ ਆ। ਉਜ ਨੂੰ ਕ੍ਰਾਸ ਕਰਕੇ ਇੱਕ ਪਿੰਡ ਹੈਗਾ, ਉਹ ਸਾਡਾ ਇੰਡੀਆ ਦੇ ਵਿੱਚ ਹੈਗਾ ਜੀ। ਉੱਥੇ ਮੈਂ ਸਾਰਾ ਘੋੜੇ ਤੇ ਚੜ ਕੇ ਉਹ ਗਾਇਆ ਹੈ ਸਾਰਾ। ਹਾਂਜੀ, ਮੈਂ ਕਿਉਂਕਿ ਮੈਨੂੰ ਥਾਣੇਦਾਰ ਨੇ ਦੱਸਿਆ ਸੀ ਕਿ ਜੇ ਅਰਬਨ ਏਰੀਆ 'ਚ ਹੋਵੋ ਤਾਂ ਪੈਦਲ ਜਾ ਕੇ ਦੇਖ ਲੈਣਾ ਚਾਹੀਦਾ, ਤੁਹਾਨੂੰ ਪਤਾ ਲੱਗ ਜਾਂਦਾ। ਨਹੀਂ ਤਾਂ ਉਹ ਥੱਲਿਓ ਥਾਣੇਦਾਰ ਤੁਹਾਨੂੰ ਬੇਵਕੂਫ ਦੇ ਉਹ। ਤੇ ਜੇ ਕਹਿੰਦਾ ਜੀ ਬਾਰਡਰ ਏਰੀਆ, ਉੱਥੇ ਘੋੜੇ ਤੋਂ ਦੇਖ ਲਏ, ਕਾਰ ਜੀਪ 'ਚ ਨਹੀਂ ਪਤਾ ਲੱਗਦਾ। ਮੈਂ ਘੋੜੇ ਤੇ ਜਾ ਕੇ ਇੱਕ ਇੰਚ ਦੇਖਿਆ, ਢਾਲਵਾਨ ਇਹ ਉਹ। ਆਪਾਂ ਜਿਹੜੀ ਸ਼ਹੀਦਾਂ ਦੀ ਬੈਲਟ ਆ, ਜਿਹੜੀ ਅੰਮ੍ਰਿਤਸਰ ਦੀ ਔਰ ਲਾਹੌਰ ਦੀ ਬੈਲਟ ਆ ਨਾ, 50% ਸ਼ਹੀਦ ਇੱਥੋਂ ਹੋਏ ਨੇ। ਭਾਈ ਸੁੱਖਾ ਸਿੰਘ, ਮਹਿਤਾਬ ਸਿੰਘ ਤੇ ਭਾਈ ਤਾਰੂ ਸਿੰਘ, ਉਹ ਸਾਰੇ ਇਸ ਏਰੀਏ ਦੇ ਸ਼ਹੀਦਾਂ ਦੀ ਬੈਲਟ ਹੈਗੀ, ਮੈਂ ਸਾਰੀ ਦੇਖੀ ਹੈ। ਬਹੁਤ ਮਿਹਰਬਾਨੀ ਸਰਦਾਰ ਸਾਹਿਬ, ਬੜਾ ਮਜ਼ਾ ਆਇਆ। ਅੱਧਾ ਘੰਟਾ ਸਮਾਂ ਪਤਾ ਨਹੀਂ ਲੱਗਾ ਕਦੋਂ ਨਿਕਲਿਆ। ਅਗਲੀ ਵਾਰੀ ਟੂ ਦ ਪੁਆਇੰਟ ਉਹਨਾਂ ਰਿਫਾਰਮਸ ਤੇ ਗੱਲ ਕਰਾਂਗੇ ਜਿਹਦੇ ਨਾਲ ਸਾਡੀ ਬੰਦ ਖਲਾਸੀ ਹੋਣੀ ਆ, ਜਿਹਦੇ ਨਾਲ ਆਮ ਪਬਲਿਕ ਬਿਊਰੋਕ੍ਰੇਸੀ ਤੋਂ ਜਿਹੜਾ ਨਿਜਾਤ ਪਾ ਸਕੇ, ਇਹਨਾਂ ਦੀ ਹਉਮੈ ਈਗੋ ਸਾਰੇ ਮਸਲਿਆਂ ਤੋਂ, ਔਰ ਇਹ ਸੇਵਾ ਭਾਵਨਾ ਚ ਆ ਸਕਣ। ਉਹ ਕੋਈ ਤੁਹਾਡੇ ਕੋਲੋਂ ਮੰਤਰ ਲਵਾਂਗੇ ਜੀ? ਨਹੀਂ, ਉਹ ਬੜੇ ਥੋੜੇ ਜਿਹੇ ਕੰਮ ਹੈਗੇ, ਜਿਵੇਂ ਉਹ ਤੁਹਾਨੂੰ ਦੱਸਿਆ 16 ਦਸੰਬਰ 1958 ਦਾ ਰੈਜ਼ੋਲੂਸ਼ਨ ਕੈਂਸਲ ਕਰ ਦਿਓ, ਪ੍ਰਮੋਸ਼ਨ ਸਿਸਟਮ ਇਹਦਾ ਠੀਕ ਹੋ ਜਾਏ। ਹੋਰ ਵੀ ਇਸ ਤਰ੍ਹਾਂ ਦੇ ਬੜੇ ਛੋਟੇ ਛੋਟੇ ਕੰਮ ਨੇ, ਜਿਵੇਂ ਵੀਕਲੀ ਲਿਸਟ ਆਫ ਪੈਂਡਿੰਗ ਕੇਸਿਸ ਬਣਨੀ ਸ਼ੁਰੂ, ਲੋਕਾਂ ਦੇ ਕੰਮ ਆਪਣੇ ਹੋ ਜਾਣਗੇ, MLA ਵਿਹਲੇ ਹੋ ਜਾਣਗੇ। ਦੈਨ ਦੇ ਅਪਲਾਈ ਔਨ ਥਿੰਕਿੰਗ ਪਲੈਨਿੰਗ ਸਭ ਕੁਝ ਕਰਨਗੇ। ਛੋਟੇ ਛੋਟੇ ਕੰਮ ਕੋਈ ਬਹੁਤਾ ਕੰਮ ਨਹੀਂ ਹੈਗਾ। ਜਿਵੇਂ ਉਹ PK ਵਰਮੇ ਦਾ ਸੀ ਕਿ ਜਿਹੜਾ ਆਰਡਰ ਇਸ਼ੂ ਕੀਤਾ ਸੈਕਟਰੀ ਦੇ ਫਾਈਲ ਤੇ, ਸ਼ਾਮ ਤੱਕ ਆਰਡਰ ਦੀ ਫੋਟੋ ਆਪਣੀ ਆਫਿਸ ਕਾਪੀ ਤੇ ਉਹਦੇ ਦਸਤਖਤ ਹੋਣੇ ਚਾਹੀਦੇ ਆ। ਤਾਂ ਇੰਪਲੀਮੈਂਟੇਸ਼ਨ ਬਹੁਤ ਹੀ ਮਾੜੀ ਆ, ਪਾਲਿਸੀ ਇੰਨੀਆਂ ਨਹੀਂ ਹੈਗੀਆਂ, ਇੰਪਲੀਮੈਂਟੇਸ਼ਨ ਮਾੜੀ ਆ। ਜਿਵੇਂ ਸੁਖਜਿੰਦਰ ਸਿੰਘ ਰੰਧਾਵਾ, ਇਹ ਸੀਰੀਅਸ ਆਦਮੀ ਆ,
ਪਰ ਉਹ ਵਿਚਾਰੇ ਨੂੰ ਤਜਰਬਾ ਕੁਝ ਨਹੀਂ ਹੈਗਾ, ਐਵੇਂ ਹੀ ਇੱਧਰ ਉੱਧਰ ਭੱਜੀ ਜਾਂਦਾ, ਕੋਈ ਨੈਟ ਰਿਜ਼ਲਟ ਨਹੀਂ ਆ ਰਿਹਾ। ਅਦਰਵਾਈਜ਼ ਪੰਜਾਬ ਦੀਆਂ ਜਿਹੜਾ 15 ਦਿਨਾਂ 'ਚ 50% ਹੀ ਹੋ ਜਾਣਗੀਆਂ। ਪੰਜਾਬ ਸਰਕਾਰ ਨੂੰ ਚਾਹੀਦਾ ਤੁਹਾਡੇ ਵਰਗੇ ਲੋਕਾਂ ਦੀਆਂ ਸਰਵਿਸਿਜ਼ ਮੈਂ ਗਿਆ ਸੀ ਇੱਕ ਦਿਨ ਰੰਧਾਵਾ ਸਾਹਿਬ ਕੋਲ, ਮੇਰਾ ਦੋਸਤ ਲੈ ਗਿਆ, ਕਹਿੰਦਾ ਜੀ ਤੁਹਾਨੂੰ ਰੰਧਾਵਾ ਸਾਹਿਬ ਨੂੰ ਆਈਏ, ਬੜੇ ਐਨਰਜੈਟਿਕ ਨੇ। ਅਸੀਂ ਚਲੇ ਗਏ, ਉਹਨੇ ਜੀ 5-6 ਵਾਰੀ ਸਾਨੂੰ ਚਾਹ ਪਿਲਾਈ, ਬਿਸਕੁਟ ਖਿਲਾਏ, ਕੰਮ ਦੀ ਗੱਲ ਇੱਕ ਵੀ ਨਹੀਂ ਕੀਤੀ। ਉਹ ਕੋਈ MLA ਆਵੇ ਪੜਦਾ ਜਾ ਕੇ ਉਹ ਹੋਰ ਹੀ ਗੱਲਾਂ ਚਲੀ ਗਈ, ਉਹ ਕੰਮ ਦੀ ਗੱਲ ਇੱਕ ਵੀ ਨਹੀਂ ਹੋਈ। ਅਦਰਵਾਈਜ਼ ਹੀ ਇਜ਼ ਅ ਸਿੰਸੀਅਰ ਮਿਨਿਸਟਰ, ਪਰ ਉਹਨੂੰ ਤਜਰਬਾ ਕੋਈ ਨਹੀਂ ਹੈਗਾ। ਉਹ ਐਵੇਂ ਇੱਧਰ ਉੱਧਰ ਕਰੀ ਜਾਂਦਾ ਜੀ, ਆਹ ਬਣਾਓ ਆਹ ਬਣਾਓ। ਕੁਛ ਇਸੇ ਜਿਹੜੇ ਹੈਗੇ ਥੋੜ੍ਹਾ ਜਿਹਾ ਨਿਊਟਰਲ ਡੰਡਾ, ਫੇਅਰਨੈਸ ਐਂਡ ਫਰਮਨੈਸ ਕਰਦੇ, 15 ਦਿਨਾਂ ਜੇਲ੍ਹਾਂ ਠੀਕ ਹੋ ਜਾਣਗੀਆਂ। ਇਹ 'ਚ ਕਿਹੜੀ ਗੱਲ ਹੈ, ਇੰਨਾ ਪੋਟੈਂਸ਼ੀਅਲ ਹੈ ਜੇਲ੍ਹਾਂ 'ਚ, ਰਹਿ ਰੱਬ ਦਾ ਨਾਂ। ਦੇ ਕੈਨ ਬੀ ਰੈਜ਼ੀਡੈਂਸ਼ੀਅਲ ਟ੍ਰੇਨਿੰਗ ਸਕੂਲ। ਮੈਂ 3 ਲੱਖ ਰੁਪਏ ਦਾ ਤਾਂ ਫੁੱਲਾਂ ਦੇ ਬੀਜ ਬਣਾਉਂਦਾ ਸੀ ਜੀ ਉੱਥੇ ਜੇਲ੍ਹ 'ਚ। ਅੱਛਾ। ਹਾਂਜੀ, ਉਹ ਕਿਉਂਕਿ ਸਾਡੇ ਕੋਲ ਟਿੰਬਰ ਸੀਜ਼ਨਿੰਗ ਪਲਾਂਟ ਸੀਗਾ, ਉਹ ਥੱਲੇ ਲੱਕੜੀ ਪਾਈ ਦੀ ਸੀ। ਲੱਕੜੀ ਤੋਂ ਜਦੋਂ ਫਰੀ ਸਟੀਮ ਉੱਪਰ ਜਾਂਦੀ ਹੈ, ਉਹ ਥੋੜੀ ਗਰਮੀ ਘੱਟ ਜਾਂਦੀ ਹੈ, ਉਹਦੇ ਤੇ ਜਾਲੀ ਪਾ ਕੇ ਜਿਹੜੇ ਸਾਲੇ ਫੁੱਲ ਹੁੰਦੇ ਸੀ ਨਾ ਡੇਲੀਆ ਦੇ ਔਰ ਗੇਂਦੇ ਦੇ, ਉਹ ਫੁੱਲ ਪਾ ਦੇਣੇ। ਉਹ ਥੱਲੇ 7 ਦਿਨਾਂ ਲੱਕੜੀ ਸੁੱਕ ਜਾਣੀ, ਨਾਲੇ ਫੁੱਲ ਸੁੱਕ ਜਾਣੇ। ਉਹ 3 ਲੱਖ ਦੇ ਸਾਡੇ ਫੁੱਲਾਂ ਦੇ ਬੀਜ ਵਿਕ ਜਾਂਦੇ ਸੀ। ਇਸੇ ਤਰ੍ਹਾਂ 3-3.5 ਲੱਖ ਦਾ ਸਾਡਾ ਸੈਂਟ ਬਣਦਾ ਸੀ। ਅਸੀਂ ਲੈਮਨ ਗ੍ਰਾਸ, ਸਿਟਰੋਲਾ ਗ੍ਰਾਸ ਦਾ ਤੇਲ ਕੱਢ ਕੇ ਉਹ ਵੇਚਦੇ ਸੀਗੇ। 12 ਲੱਖ ਦੇ ਅਸੀਂ ਫੋਰੈਸਟ ਡਿਪਾਰਟਮੈਂਟ ਨੂੰ ਫੋਰੈਸਟ ਪਲਾਟ ਦਿੰਦੇ ਸੀਗੇ। ਮਤਲਬ ਬਾਕੀ ਇੰਨਾ ਕੰਮ ਸੀਗਾ ਜਿਹੜਾ ਰਹਿ ਰੱਬ ਦਾ ਨਾ, ਜੇਲ੍ਹ ਦੇ ਬਾਹਰ ਰੈਜ਼ੀਡੈਂਸ਼ੀਅਲ ਟ੍ਰੇਨਿੰਗ ਸੈਂਟਰ। ਜੀ ਜੀ, ਬਹੁਤ ਮਿਹਰਬਾਨੀ ਪੰਧੇਰ ਸਾਹਿਬ, ਬਹੁਤ ਮਿਹਰਬਾਨੀ। ਓਕੇ ਜੀ, ਸਤਿ ਸ੍ਰੀ ਅਕਾਲ।